ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਪੁੰਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਤ ਤੀਰ ਧਨ ਤਨ ਆਦ ਸਭ, ਤਜਤ ਨ ਲਾਵੇਂ ਦੇਰ। ਸਿੱਖ ਬਚਨ ਕੋ ਤਿਆਗ ਬੋ, ਤਉ ਨ ਹਮ ਤੇ ਹੇਰ। ਸੁਤ ਤੀ ਧਨ ਤਨ ਆਦ ਸਭ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦ ਦਾ ਅਵਤਾਰ ਸਤਿਗੁਰੂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਪਾਵਨ ਪਵਿੱਤਰ ਗੋਦ ਦੇ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀ ਭਰ ਰਹੀ ਸਤਿਕਾਰਯੋਗ ਸਾਧ ਸੰਗਤ ਅਤੇ ਪੀਟੀਸੀ ਸਿਮਰਨ ਸੋਸ਼ਲ ਮੀਡੀਆ ਚੈਨਲ ਦੇ ਰਾਹੀਂ, ਟੀਵੀ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ਤੋਂ ਹਾਜ਼ਰੀ ਲਵਾ ਰਹੀ ਸਤਿਕਾਰਯੋਗ ਸਾਧ ਸੰਗਤ, ਬੜੇ ਪਿਆਰ ਦੇ ਨਾਲ ਜਿੱਥੇ ਆਪ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਆਪ ਸਾਰੀ ਸੰਗਤ ਨੇ ਸਰਵਣ ਕੀਤਾ ਹੈ। ਪਾਵਨ ਗੁਰ ਇਤਿਹਾਸ, ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਜੀਵਨ ਵਿੱਚੋਂ ਲੜੀਵਾਰ ਪ੍ਰਸੰਗ ਦੀ ਵਾਰਤਾ ਚੱਲ ਰਹੀ ਸੀ ਕਿ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਗਾਈ ਵਾਸਤੇ ਜਿਸ ਵਕਤ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਦਿੱਲੀ ਦੀ ਸੰਗਤ ਦੀ ਬੇਨਤੀ ਤੇ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕੀਤਾ ਸੀ ਤੇ ਦੋ ਗੁਰੂ ਕੇ ਸਿੱਖਾਂ ਨੇ ਆਪਣੀਆਂ ਬੱਚੀਆਂ ਦੇ ਰਿਸ਼ਤੇ ਸ਼੍ਰੀ ਹਰਗੋਬਿੰਦ ਜੀ ਨੇ ਦੇ ਨਾਲ ਕੀਤੇ, ਜਿਨ੍ਹਾਂ ਦੀ ਸਗਾਈ ਵੀ ਹੋ ਗਈ। ਇੱਧਰ ਬਾਬਾ ਨਾਰਾਇਣ ਦਾਸ ਜੀ ਡੱਲੇ ਪਿੰਡ ਵਿੱਚ ਵਿਆਹ ਦੀਆਂ ਤਿਆਰੀਆਂ ਆਰੰਭ ਕਰਦੇ ਨੇ। ਦੂਸਰੇ ਪਾਸੇ ਦਿੱਲੀ ਦੀ ਧਰਤੀ ਤੋਂ ਜਿਹੜੇ ਪੁਰੋਹਿਤ ਨਾਈ ਖਾਲੀ ਹੱਥ ਸਗਾਈ ਨਾ ਹੋਣ ਕਰਕੇ ਚੰਦੂ ਕੋਲ ਪਹੁੰਚੇ ਸਨ। ਚੰਦੂ ਦੀ ਲਿਖੀ ਹੋਈ ਚਿੱਠੀ ਲਿਖ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚੇ, ਜਿਸ ਨੇ ਇਹ ਗੱਲ ਆਖੀ ਸੀ ਕਿ ਜੇ ਸਤਿਗੁਰ ਪਾਤਸ਼ਾਹ ਨੇ ਮੇਰੇ ਵੱਲੋਂ ਇਹ ਰਿਸ਼ਤਾ ਨਹੀਂ ਪ੍ਰਵਾਨ ਕੀਤਾ, ਕਿਉਂਕਿ ਦਿੱਲੀ ਦੀ ਸੰਗਤ ਨੇ ਚੰਦੂ ਦੇ ਹੰਕਾਰ ਭਰੇ ਬੋਲ ਸਤਿਗੁਰਾਂ ਨੂੰ ਦੱਸ ਕੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ, ਇਹਨੇ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਬਹੁਤ ਨੀਵਾਂ ਦੱਸਿਆ ਹੈ,
ਤੇ ਬਹੁਤ ਮਾੜੇ ਬੋਲ ਬੋਲੇ ਆ। ਇਸ ਕਰਕੇ ਸੰਗਤ ਦੀ ਬੇਨਤੀ ਸਤਿਗੁਰਾਂ ਤੱਕ ਪਹੁੰਚੀ ਸੀ। ਪੁਰੋਹਿਤ ਨੇ ਵੀ ਦੱਸਤਾ ਕਿ ਜੋ ਤੂੰ ਬੋਲਿਆ ਸੀ ਸਤਿਗੁਰਾਂ ਨੂੰ ਪਤਾ ਲੱਗ ਚੁੱਕਿਆ ਹੈ। ਇਸ ਕਰਕੇ ਸੰਗਤ ਦੇ ਕਹਿਣ ਤੇ, ਸਿੱਖਾਂ ਦੇ ਕਹਿਣ ਤੇ ਸਤਿਗੁਰਾਂ ਨੇ ਤੇਰੀ ਲੜਕੀ ਦਾ ਰਿਸ਼ਤਾ ਲੈਣ ਤੋਂ ਮਨਾ ਕਰਤਾ ਕਿ ਅਸੀਂ ਹੰਕਾਰੀ ਦੇ ਘਰ ਨਾਲ ਰਿਸ਼ਤਾ ਨਹੀਂ ਜੋੜਨਾ। ਪਰ ਚੰਦੂ ਆਪਣੇ ਹੰਕਾਰ ਦੇ ਵਿੱਚ ਭਰਿਆ ਹੋਇਆ ਕਿ ਮੇਰਾ ਉੱਚਾ ਰਾਜ ਦਰਬਾਰ ਦੇ ਵਿੱਚ ਮਾਣ ਹੈ, ਮੇਰੀ ਸਰਕਾਰੇ ਦਰਬਾਰੇ ਚੱਲਦੀ ਹੈ। ਚਿੱਠੀ ਵਿੱਚ ਕਹਿੰਦਾ ਪਹਿਲਾਂ ਹਲੀਮੀ ਤੇ ਪਿਆਰ ਨਾਲ ਸਮਝਾਇਓ, ਜੇ ਪਿਆਰ ਨਾਲ ਮੰਨ ਜਾਣਗੇ ਰਿਸ਼ਤਾ ਲੈਣ ਲਈ ਤਾਂ ਠੀਕ ਹੈ, ਨਹੀਂ ਤਾਂ ਧਮਕੀ ਦੇ ਕੇ ਡਰਾਵਾ ਮੇਰੇ ਵੱਲੋਂ ਦਿਓ। ਇਸੇ ਤਰੀਕੇ ਦੇ ਨਾਲ ਚੰਦੂ ਵੱਲੋਂ ਫੇਰ ਵਾਪਸ ਅੰਮ੍ਰਿਤਸਰ ਭੇਜੇ ਪੁਰੋਹਿਤ ਨੇ ਆ ਕਰਕੇ ਸਤਿਗੁਰਾਂ ਨੂੰ ਸਾਰੀ ਗੱਲਬਾਤ ਦੱਸੀ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਭਾਈ, ਇਹ ਸੰਗਤ ਦਾ ਹੁਕਮ ਜਿਹੜਾ ਹੈ, ਜੋ ਬੇਨਤੀ ਕੀਤੀ ਹੈ, ਅਸੀਂ ਉਸ ਨੂੰ ਮੋੜ ਨਹੀਂ ਸਕਦੇ। ਭਾਵੇਂ ਚੰਦੂ ਵੱਲੋਂ ਇਹ ਗੱਲ ਪਹਿਲਾਂ ਕਹੀ ਗਈ ਕਿ ਪਹਿਲਾਂ ਵੀ ਹੋਰ ਵੀ ਰਾਜਿਆਂ ਮਹਾਰਾਜਿਆਂ ਦੇ ਕਈ ਰਿਸ਼ਤੇ ਹੋ ਜਾਂਦੇ ਨੇ, ਜੇ 2 ਸਗਾਈਆਂ ਹੋ ਗਈਆਂ ਨੇ ਤੇ ਕੋਈ ਨਹੀਂ ਹੋਰ ਵੀ ਹੋ ਸਕਦੀ ਹੈ। ਗੁਰੂ ਸਾਹਿਬ ਕਹਿੰਦੇ ਗੱਲ ਗਿਣਤੀ ਦੀ ਨਹੀਂ, ਗੱਲ ਇੱਥੇ ਹੰਕਾਰ ਦੀ ਤੇ ਨਿਮਰਤਾ ਦੀ ਹੈ। ਗੱਲ ਗੁਰੂ ਨਾਨਕ ਦੇ ਘਰ ਦੇ ਸਤਿਕਾਰ ਦੀ ਹੈ। ਜਿਹਦੇ ਮਨ ਵਿੱਚ ਗੁਰੂ ਨਾਨਕ ਦੇ ਘਰ ਦੇ ਪ੍ਰਤੀ ਹੀ ਸਤਿਕਾਰ ਨਾ ਹੋਵੇ, ਉਹਦੇ ਨਾਲ ਸਾਡੀ ਕਿਵੇਂ ਬਣ ਸਕਦੀ ਹੈ। ਆਖਰਕਾਰ ਚੰਦੂ ਦੇ ਵੱਲੋਂ ਭੇਜੇ ਹੋਏ ਪੁਰੋਹਿਤਾਂ ਨੇ ਹੁਣ ਧਮਕੀ ਦੇਣੀ ਕੀਤੀ ਕਿ ਇਹ ਚੰਦੂ ਤੁਹਾਡਾ ਬਹੁਤ ਵੱਡਾ ਨੁਕਸਾਨ ਕਰ ਦੇਗਾ, ਇਹਦੀ ਸਰਕਾਰੇ ਦਰਬਾਰੇ ਚੱਲਦੀ ਹੈ, ਤੁਹਾਡੇ ਨਾਲ ਬਹੁਤ ਮਾੜਾ ਹੋਏਗਾ, ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਪਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜਿਹੜੇ ਸਿੱਖਾਂ ਨੂੰ ਵੀ ਇਹ ਗੱਲ ਸਮਝਾ ਗਏ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੁਕਾ, ਤਾਂ ਆਓ ਹਮਾਰੇ ਪਾਸ ਦਾ ਜਿਨ੍ਹਾਂ ਨੇ ਸਬਕ ਸਿੱਖਾਂ ਨੂੰ ਦ੍ਰਿੜ ਕਰਾਇਆ ਹੋਵੇ, ਉਹ ਕਿਸ ਤਰੀਕੇ ਦੇ ਨਾਲ ਇਹੋ ਜਿਹੇ ਡਰਾਵਿਆਂ ਤੋਂ ਘਬਰਾ ਸਕਦੇ ਆ। ਸਤਿਗੁਰੂ ਪਾਤਸ਼ਾਹ ਨੇ ਗੱਲ ਉਹਨਾਂ ਦੀ ਮੰਨਣ ਤੋਂ ਇਨਕਾਰ ਕਰਦਿਆਂ ਇਹ ਗੱਲ ਕਹੀ ਕਿ ਅਸਲ ਦੇ ਵਿੱਚ ਇਹ ਗੱਲ ਚੰਦੂ ਦੀ ਨਹੀਂ, ਇਹ ਸਿੱਖ ਸੰਗਤਾਂ ਦੀ ਹੈ, ਜਿਨ੍ਹਾਂ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਸਾਰੀਆਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਸਾਰੇ ਗੁਰੂ ਸਾਹਿਬਾਨਾਂ ਨੇ ਮਾਣ ਬਖਸ਼ਿਸ਼ ਕੀਤਾ ਹੈ। ਸਿੱਖ ਸਾਡੇ ਸਤਿਕਾਰਯੋਗ ਨੇ। ਇਸ ਕਰਕੇ ਇਹ ਸਿੱਖਾਂ ਦਾ ਕਿਹਾ ਹੋਇਆ, ਸਿੱਖਾਂ ਵੱਲੋਂ ਕੀਤੀ ਹੋਈ ਬੇਨਤੀ ਨੂੰ ਅਸੀਂ ਕਿਸੇ ਤਰੀਕੇ ਨਾਲ ਵੀ ਫੇਰ ਨਹੀਂ ਸਕਦੇ। ਕਿਵੇਂ ਸਿੱਖਾਂ ਨੂੰ ਮਾਣ ਬਖਸ਼ਦਿਆਂ ਹੋਇਆਂ, ਸਿੱਖਾਂ ਦੀ ਵਡਿਆਈ ਕਰਦੇ ਹੋਏ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਚੰਦੂ ਦੇ ਭੇਜੇ ਹੋਏ ਪੁਰੋਹਿਤਾਂ ਨੂੰ ਇਹ ਰਿਸ਼ਤਾ ਲੈਣ ਤੋਂ ਮਨਾ ਕਰਦੇ ਨੇ ਤੇ ਨਾਲ ਨਾਲ ਸਿੱਖਾਂ ਦੀ ਕਿਵੇਂ ਵਡਿਆਈ ਕਰਦੇ ਨੇ। ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਸਾਰੇ ਟਿਕਾਈਏ ਤੇ ਪਿਆਰ ਨਾਲ ਰਸਨਾ ਤੋਂ ਉਚਾਰਨ ਕਰੋ ਸਾਰੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਤ ਤੀ ਧਨ ਤਨ ਆਦ ਸਭ ਤਜਤ ਨ ਲਾਵੇਂ ਦੇਰ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਇੱਕ ਵਾਰ ਸਾਰੇ ਪਿਆਰ ਨਾਲ ਆਖੋ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸਤਿਗੁਰੂ ਪ੍ਰਤੱਖ ਹਰ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਗੱਲ ਕਹਿੰਦੇ ਹੋ ਸਿੱਖਾਂ ਦੀ, ਕਿ ਸਿੱਖਾਂ ਨੇ ਕਿਹਾ ਦੇ ਕੀ ਫਰਕ ਪਏਗਾ। ਕਹਿੰਦੇ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਇਹ ਸਿੱਖਾਂ ਨੂੰ ਜਿੱਡਾ ਵੱਡਾ ਮਾਣ ਹੈ ਨਾ ਗੁਰੂ ਨਾਨਕ ਦੇ ਘਰ ਦੇ ਵਿੱਚ, ਜਿੰਨਾ ਪਿਆਰ ਸਤਿਕਾਰ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ। ਕਹਿੰਦੇ ਇਹ ਉਹ ਸਿੱਖ ਨੇ ਜਿਨ੍ਹਾਂ ਸਿੱਖਾਂ ਦੇ ਵਾਸਤੇ ਅਸੀਂ ਸਭ ਕੁਝ ਵਾਰ ਸਕਦੇ ਹਾਂ। ਕਹਿੰਦੇ ਅਸੀਂ ਆਪਣੇ ਪੁੱਤਰਾਂ ਦਾ ਤਿਆਗ ਕਰ ਸਕਦੇ ਹਾਂ, ਪਤਨੀ ਦਾ ਤਿਆਗ ਕਰ ਸਕਦੇ ਹਾਂ, ਧਨ ਦਾ ਤਿਆਗ ਕਰ ਸਕਦੇ ਹਾਂ, ਇੱਥੋਂ ਤੱਕ ਆਪਣਾ ਤਨ ਵੀ ਤਿਆਗ ਕਰ ਸਕਦੇ ਹਾਂ। ਇਹ ਵੀ ਤਿਆਗਣ ਵਾਸਤੇ ਅਸੀਂ ਤਿਆਰ ਹੋ ਸਕਦੇ ਹਾਂ। ਸਿੱਖ ਬਚਨ ਕੋ ਤਿਆਗਬੋ ਤਉ ਨ ਹਮ ਤੇ ਹੇਰ। ਕਹਿੰਦੇ ਸਭ ਕੁਝ ਤਿਆਗਿਆ ਜਾ ਸਕਦਾ ਹੈ, ਪਰ ਸਿੱਖ ਦਾ ਬਚਨ ਜਿਹੜਾ ਤਿਆਗ ਦਈਏ ਇਹ ਸਾਡੇ ਤੋਂ ਨਹੀਂ ਹੋ ਸਕਦਾ। ਇਹ ਗੁਰੂ ਕੀ ਗੋਦ ਵਿੱਚ ਬੈਠੇ ਹੋ ਸੰਗਤ ਜੀ, ਇੱਕ ਵਾਰ ਸਾਰੇ ਗੁਰੂ ਚਰਨਾਂ ਦੇ ਸੁਰਤ ਟਿਕਾਓ। ਧੰਨ ਸਿੱਖੀ, ਧੰਨ ਸਿੱਖੀ ਕਹਿ ਕਰਕੇ ਇਹ ਗੁਰੂ ਕੇ ਚਰਨਾਂ ਵਿੱਚ ਸਿਜਦਾ ਕਰਿਆ ਕਰੀਏ। ਕਿੱਡਾ ਮਾਣ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿ ਰਹੇ ਨੇ ਕਿ ਅਸੀਂ ਪੁੱਤ ਛੱਡ ਸਕਦੇ ਹਾਂ, ਪਤਨੀ ਰਿਸ਼ਤੇ ਨਾਤੇ ਛੱਡ ਸਕਦੇ ਹਾਂ, ਧਨ ਤੇ ਇੱਥੋਂ ਤੱਕ ਆਪਣਾ ਤਨ ਵੀ ਤਿਆਗ ਸਕਦੇ ਹਾਂ। ਇਹਨੂੰ ਛੱਡਣ ਲੱਗਿਆਂ ਦੇਰੀ ਨਹੀਂ ਲਾਵਾਂਗੇ। ਪਰ ਜਿਹੜੇ ਸਿੱਖਾਂ ਦੇ ਬਚਨ ਨੂੰ ਤਿਆਗਣਾ, ਸਿੱਖ ਬਚਨ ਕੋ ਤਿਆਗਬੋ ਤਉ ਨਾ ਹਮ ਤੇ ਹੇਰ, ਕਹਿੰਦੇ ਇਹ ਸਾਡੇ ਤੋਂ ਨਹੀਂ ਹੋ ਸਕਦਾ ਕਿ ਸਿੱਖ ਦੇ ਬਚਨ ਦਾ ਤਿਆਗ ਕਰਦੀ। ਇੰਨਾ ਮਾਣ ਇਹ ਸਿੱਖਾਂ ਨੂੰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਸਿੱਖਾਂ ਬਾਰੇ ਆਪ ਜੀ ਪੜ੍ਹਦੇ ਹੋ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ
ਜੋ ਆਪ ਜਪੈ ਅਵਰੈ ਨਾਮ ਜਪਾਵੇ। ਖਾਲੀ ਸਿੱਖ ਨਾਂ ਦਾ ਨਾ ਹੋਵੇ। ਜੇ ਅਖਵਾਉਂਦਾ ਹੈ ਸਿੱਖ, ਫਿਰ ਇਹ ਬਚਨ ਵੀ ਚੇਤੇ ਰੱਖੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਤੇ ਉਹਦੀ ਸਾਰੀ ਗੱਲ ਕਰਕੇ ਸਾਹਿਬ ਕਹਿੰਦੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਬਾਣੀ ਬਾਣੇ ਦਾ ਧਾਰਨੀ, ਉੱਚੇ ਸੁੱਚੇ ਜੀਵਨ ਵਾਲਾ, ਦਿਨ ਰਾਤ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਹੋਏ ਉਹ ਗੁਰਸਿੱਖ ਸੀ ਜਿਹੜੇ ਰੱਬੀ ਬਾਣੀ ਨਾਲ ਇੱਕਮਿਕ ਹੋ ਚੁੱਕੇ ਸਨ, ਜਿਨ੍ਹਾਂ ਦੇ ਜੀਵਨ ਵਿੱਚੋਂ ਬਾਣੀ ਦੇ ਝਲਕਾਰੇ ਨਜ਼ਰ ਆਉਂਦੇ ਸੀ। ਇਹੋ ਜਿਹੇ ਸਿੱਖਾਂ ਦੀ ਗੱਲ ਕਰ ਰਹੇ ਨੇ, ਜਿਨ੍ਹਾਂ ਨੂੰ ਮਾਣ ਬਖਸ਼ਿਆ, ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ। ਇਹ ਕਈ ਬਚਨ ਸਤਿਗੁਰਾਂ ਦੀ ਬਾਣੀ 'ਚ ਅਸੀਂ ਅਜਿਹੇ ਪੜ੍ਹਦੇ ਹਾਂ ਜਿੱਥੇ ਸਿੱਖ ਨੂੰ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ, ਬਹੁਤ ਵੱਡੇ ਭਾਗਾਂ ਨਾਲੇ ਸਾਨੂੰ ਸਿੱਖੀ ਦੀ ਦਾਤ ਮਿਲੀ ਹੈ। ਤੇ ਸਾਹਿਬ ਕਹਿੰਦੇ ਸਭ ਕੁਝ ਛੱਡਿਆ ਜਾ ਸਕਦਾ ਏ, ਪਰ ਸਿੱਖ ਦਾ ਬਚਨ ਨਹੀਂ ਛੱਡਿਆ ਜਾ ਸਕਦਾ, ਨਹੀਂ ਮੋੜਿਆ ਜਾ ਸਕਦਾ। ਚੌਪਈ ਹੋਏ ਸਿੱਖ ਏਤੋ ਪਦ ਪਾਏ। ਕਹਿੰਦੇ ਜਿਹੜਾ ਸਿੱਖ ਹੋਵੇ ਨਾ, ਜਿਹਨੂੰ ਸਿੱਖੀ ਦੀ ਦਾਤ ਮਿਲ ਜਾਏ, ਕਹਿੰਦੇ ਉਹਨੂੰ ਏਡਾ ਵੱਡਾ ਮਾਣ ਮਿਲ ਜਾਂਦਾ ਜਿਹੜਾ ਸਿੱਖ ਬਣੇ। ਸਿੱਖ ਇਹ ਨਹੀਂ ਕਿ ਕੋਈ ਵੀ ਚੀਜ਼ ਸਿੱਖਣ ਵਾਲਾ ਸਿੱਖ ਹੋਵੇ। ਸਿੱਖ ਕੀ ਹੈ? ਸਿੱਖੀ, ਸਿੱਖਿਆ, ਗੁਰ ਵਿਚਾਰ, ਜਿਹੜਾ ਗੁਰੂ ਦੀ ਵਿਚਾਰ ਨੂੰ ਸਿੱਖਦਾ, ਗੁਰੂ ਦੀ ਵਿਚਾਰ ਅਨੁਸਾਰ ਆਪਣਾ ਜੀਵਨ ਬਣਾਉਣ ਵਾਸਤੇ ਤੁਰ ਪੈਂਦਾ ਹੈ, ਗੁਰੂ ਕੇ ਭਾਣੇ ਵਿੱਚ ਚੱਲਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸਿੱਖ ਉਹ ਜਿਹੜਾ ਗੁਰੂ ਦੇ ਭਾਣੇ ਵਿੱਚ ਹੈ, ਗੁਰੂ ਦੀ ਰਜਾ ਵਿੱਚ ਹੈ, ਗੁਰੂ ਦੇ ਹੁਕਮ ਦੇ ਵਿੱਚ ਹੈ, ਉਹ ਗੁਰੂ ਦੀ ਵਿਚਾਰ ਨੂੰ ਕਮਾਉਣ ਵਾਲਾ ਹੈ। ਤੇ ਕਹਿੰਦੇ ਸਿੱਖ ਦੀ ਏਡੀ ਵੱਡੀ ਪਦਵੀ ਹੈ, ਸਕਲ ਜਗਤ ਕੇ ਪੂਜ ਬਨਾਏ। ਕਹਿੰਦੇ ਆ ਜਿਹੜੇ ਸਿੱਖ ਨੇ ਨਾ, ਅੱਜ ਜੇ ਸਾਡਾ ਮਾਣ ਹੈ ਦੁਨੀਆ ਵਿੱਚ ਤੇ ਇਹਨਾਂ ਸਿੱਖਾਂ ਕਰਕੇ। ਨਿਮਰਤਾ ਵੇਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ। ਕਹਿੰਦੇ ਸਿੱਖਾਂ ਨੇ ਹੀ ਸਾਨੂੰ ਇਸ ਪਦਵੀ ਤੇ ਬਿਠਾਇਆ। ਸਾਰੇ ਜਗਤ ਦੇ ਵਿੱਚ ਜੇ ਸਾਨੂੰ ਪੂਜਿਆ ਗਿਆ, ਸਤਿਕਾਰ ਕੀਤਾ, ਇਹ ਸਿੱਖਾਂ ਕਰਕੇ ਹੀ ਸਾਡਾ ਸਤਿਕਾਰ ਹੈ। ਸਿੱਖ ਕੇ ਸੰਸਰ ਅਪਰ ਨਾ ਪਿਆਰੋ। ਸਿੱਖ ਦੇ ਬਰਾਬਰ ਸਾਨੂੰ ਹੋਰ ਕੁਝ ਵੀ ਪਿਆਰਾ ਨਹੀਂ ਹੈ। ਸਾਸ ਸਾਸ ਮੈਂ ਸਿੱਖ ਸੰਭਾਰੋ। ਕਹਿੰਦੇ ਇੱਕ ਇੱਕ ਸਵਾਸ ਦੇ ਨਾਲ ਅਸੀਂ ਸਿੱਖਾਂ ਨੂੰ ਸੰਭਾਲ ਕਰਦੇ, ਭਾਵ ਉਹਨਾਂ ਦਾ ਮਾਣ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਇਹ ਸਿੱਖਾਂ ਨਾਲ ਪਿਆਰ ਕਰਦੇ ਹਾਂ। ਇਹ ਸਿੱਖਾਂ ਨੂੰ ਕਿੱਡਾ ਵੱਡਾ ਮਾਣ। ਵੇਖੋ ਦਸ਼ਮੇਸ਼ ਪਿਤਾ ਨੇ ਵੀ ਇਹ ਗੱਲ ਕਹੀ ਸੀ ਕਿ ਜੋ ਕੁਝ ਹੈ ਸਾਡੇ ਘਰ ਵਿੱਚ, ਇਹ ਸਿੱਖਾਂ ਤੋਂ ਹੀ ਵਾਰਨ ਵਾਸਤੇ ਮੈਂ ਤਿਆਰ ਹਾਂ। ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਧਨ ਲੋ, ਸਭ ਹੈ ਇਨਹੀ ਕੋ, ਸਭ ਕੁਝ ਹੀ ਇਹਨਾਂ ਦਾ ਹੈ। ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ। ਕਿੱਡੇ ਕਿੱਡੇ ਵੱਡੇ ਮਾਣ ਬਖਸ਼ ਕੇ ਸਤਿਗੁਰਾਂ ਨੇ ਨਿਵਾਜਿਆ। ਤੇ ਗੁਰੂ ਅਰਜਨ ਸਾਹਿਬ ਵੀ ਇਹੀ ਗੱਲ ਕਹਿ ਰਹੇ ਨੇ, ਕਹਿੰਦੇ ਇਹ ਸਿੱਖ ਮੈਂ ਤੇ ਸਵਾਸ ਕਰਕੇ ਇਹਨਾਂ ਨੂੰ ਹੀ ਸੰਭਾਲਦਾ ਹਾਂ, ਇਹਨਾਂ ਨੂੰ ਹੀ ਮਾਣ ਬਖਸ਼ਦਾ ਹਾਂ। ਪੂਜਨੀਏ ਹੈ ਸਿੱਖ ਮਹਾਨ। ਇਹ ਸਿੱਖ ਤੇ ਸੇਵਾ ਕਰਨ ਯੋਗ ਨੇ, ਪੂਜਣ ਯੋਗ ਨੇ, ਭਾਵ ਸਤਿਕਾਰ ਕਰਨ ਯੋਗ ਇਹ ਮਹਾਨ ਸਿੱਖ ਹਨ। ਤਨ ਧਨ ਮੇਰੋ ਹੈ ਸਿੱਖ ਪ੍ਰਾਨ। ਮੇਰਾ ਤਨ, ਮੇਰਾ ਧਨ, ਮੇਰੇ ਪ੍ਰਾਣ, ਇਹ ਸਭ ਕੁਝ ਹੀ ਇਹ ਤੇ ਮੇਰੇ ਸਿੱਖ ਹੀ ਮੇਰੇ ਵਾਸਤੇ ਸਭ ਕੁਝ ਹਨ। ਸਿੱਖਨ ਕੀ ਕਰੁਣਾ ਸੁਖ ਪੈ। ਕਹਿੰਦੇ ਜਿਹਨੂੰ ਸਿੱਖਾਂ ਦੀ ਦਇਆ ਪ੍ਰਾਪਤ ਹੋ ਜੇ, ਉਹਦੇ ਜੀਵਨ ਦੇ ਵਿੱਚ ਤੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਜੇ ਕੋਈ ਸਿੱਖਾਂ ਦੀ ਅਸੀਸ ਪ੍ਰਾਪਤ ਕਰ ਲੇ। ਆ ਗੁਰੂ ਕੀ ਗੋਦ 'ਚ ਬੈਠੇ ਆ, ਪਹਿਲਾਂ ਸਿੱਖ ਤੇ ਬਣੀਏ। ਜਦੋਂ ਸਿੱਖੀ ਜੀਵਨ ਆ ਜਾਂਦਾ ਹੈ ਤੇ ਸਿੱਖ ਤੇ ਗੁਰੂ ਦਾ ਇਹੋ ਜਿਹਾ ਨਾਤਾ ਹੈ, ਗੁਰੂ ਸਾਹਿਬ ਕਹਿੰਦੇ ਫਿਰ ਭੇਦ ਮੁੱਕ ਜਾਂਦੇ ਨੇ, ਏਡੀ ਬਖਸ਼ਿਸ਼ ਹੋ ਜਾਂਦੀ, ਏਡਾ ਮਾਣ ਹੈ ਸਿੱਖ ਨੂੰ ਕਿ ਸਿੱਖ ਦੀ ਕਰਨਾ ਨਾਲ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਕਹਿਓ ਤਿਨਹੂ ਕੋ ਕਿਮ ਹਟਕਈਏ। ਏਡਾ ਵੱਡਾ ਸਿੱਖ ਨੂੰ ਮਾਣ। ਕਹਿੰਦੇ ਫਿਰ ਇਸ ਸਿੱਖ ਦੇ ਵੱਲੋਂ, ਕੋਈ ਸਿੱਖਾਂ ਵੱਲੋਂ ਕੋਈ ਬਚਨ ਕਿਹਾ ਹੋਵੇ ਤੇ ਅਸੀਂ ਉਸ ਸਿੱਖ ਦੇ ਕਹੇ ਹੋਏ ਬਚਨ ਨੂੰ ਕਿਵੇਂ ਹਟਾ ਕੇ ਮੋੜ ਸਕਦੇ ਹਾਂ। ਵਿਸ਼ਨ ਭਗਤ ਵਤਸਲ ਭਗਵਾਨ। ਇਹ ਤੇ ਐਸੀ ਕਲਾ ਹੈ ਜਿਵੇਂ ਇੱਕ ਪਾਸੇ ਰੱਬ ਤੇ ਦੂਸਰੇ ਪਾਸੇ ਭਗਤ, ਤੇ ਭਗਤ ਦਾ ਤੇ ਰੱਬ ਨਾਲ ਜਿਵੇਂ ਆਪਸ ਵਿੱਚ ਗੂੜਾ ਪਿਆਰ ਦਾ ਸੰਬੰਧ ਬਣ ਜਾਂਦਾ ਹੈ। ਜਿਮ ਤਿਨ ਕੇ ਪ੍ਰੈ ਭਗਤ ਮਹਾਨ। ਜਿਵੇਂ ਰੱਬ ਨੂੰ ਆਪਣੇ ਭਗਤ ਪਿਆਰੇ ਨੇ ਤੇ ਭਗਤਾਂ ਨੂੰ ਰੱਬ ਪਿਆਰਾ ਹੁੰਦਾ ਹੈ। ਭਗਤ ਬੜੇ ਪਿਆਰ ਨਾਲ, ਬਾਣੀ 'ਚ ਇੱਕ ਬਚਨ ਆਉਂਦਾ ਹੈ, ਰੱਬ ਨੂੰ ਪ੍ਰਮਾਤਮਾ ਨਾਲ ਗੱਲਾਂ ਬਾਤਾਂ ਕਰਦਿਆਂ ਕਹਿੰਦੇ ਨੇ, ਰੱਬ ਜੀ ਜੋ ਹਮ ਬਾਂਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੁਮ ਬਾਂਧੇ,
ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ। ਕਹਿੰਦੇ ਤੂੰ ਤਾਂ ਮਾਲਕ ਜੀ ਸਾਨੂੰ ਮੋਹ ਦੀਆਂ ਤੰਦਾਂ ਵਿੱਚ ਬੰਨ੍ਹ ਦੇਣਾ ਹੈ, ਪਰ ਰੱਬ ਜੀ ਅਸੀਂ ਤੇਰੀ ਬੰਦਗੀ ਕਰਦੇ ਮੋਹ ਦੀਆਂ ਤੰਦਾਂ ਤੋਂ ਆਜ਼ਾਦ ਹੋ ਜਾਂਦੇ ਹਾਂ, ਤੇ ਹੁਣ ਅਸੀਂ ਪ੍ਰੇਮ ਦੇ ਬੰਧਨ ਵਿੱਚ ਤੈਨੂੰ ਬੰਨ੍ਹ ਲਿਆ। ਅਸੀਂ ਤੇ ਤੇਰਾ ਨਾਮ ਜਪ ਕੇ ਮੋਹ ਦੇ ਬੰਧਨ ਤੋਂ ਆਜ਼ਾਦ ਹੋ ਗਏ ਹਾਂ, ਪਰ ਰੱਬ ਜੀ ਤੁਸੀਂ ਹੁਣ ਆਪਣਾ ਯਤਨ ਕਰੋ, ਸਾਡੇ ਪ੍ਰੇਮ ਦੇ ਬੰਧਨ ਤੋਂ ਕਿਵੇਂ ਆਜ਼ਾਦ ਹੋ ਜਾਓ। ਜਿਹੜਾ ਰੱਬ ਵੀ ਆਪ ਕਹਿੰਦਾ ਹੈ ਕਿ ਮੇਰੀ ਬੰਦੀ ਭਗਤ ਛਡਾਵੇ, ਕਹਿੰਦੇ ਮੇਰਾ ਬੰਨਿਆ ਭਗਤ ਬੰਦਗੀ ਕਰਕੇ ਨਾਮ ਜਪ ਕੇ ਛਡਾ ਸਕਦਾ, ਏਡਾ ਮਾਣ ਹੈ। ਪਰ ਜੇ ਭਗਤ ਬੰਨ ਲਵੇ ਰੱਬ ਨੂੰ ਤੇ ਫਿਰ ਪ੍ਰਮਾਤਮਾ ਕੋ ਛੁੱਟਿਆ ਨਹੀਂ ਜਾਂਦਾ। ਖੇਡ ਐਸੀ ਹੈ, ਬੰਧ ਹੈ ਭਗਤ, ਜੇ ਰੱਬ ਨੂੰ ਭਗਤ ਬੰਨ ਲਏ ਪ੍ਰੇਮ ਦੇ ਬੰਧਨ ਵਿੱਚ, ਫਿਰ ਰੱਬ ਕਹਿੰਦੇ ਮੇਰੇ ਤੋਂ ਛੁੱਟਿਆ ਨਹੀਂ ਜਾਂਦਾ, ਮੈਂ ਛੁੱਟ ਨਹੀਂ ਸਕਦਾ। ਗੱਲ ਉਹੀ ਗੱਲ ਗੁਰੂ ਸਾਹਿਬ ਕਹਿੰਦੇ ਸਿੱਖ ਸਾਡੇ ਪਿਆਰੇ ਨੇ, ਪਰ ਸਿੱਖ ਜਦੋਂ ਸਾਡੇ ਨਾਲ ਪਿਆਰ ਪਾ ਲੈਣ ਤੇ ਫਿਰ ਉਸ ਪਿਆਰ ਨੂੰ ਮੋੜਿਆ ਨਹੀਂ ਜਾ ਸਕਦਾ। ਤਥਾ ਹਮਾਰਾ ਸਿੱਖਣ ਕੇਰੀ, ਜਿਵੇਂ ਭਗਤ ਪ੍ਰਮਾਤਮਾ ਨਾਲ ਪਿਆਰ ਪਾਉਂਦੇ ਨੇ, ਇਦਾਂ ਸਿੱਖ ਗੁਰੂ ਨਾਲ ਪਿਆਰ ਪਾਉਂਦੇ ਨੇ। ਸਾਡਾ ਵੀ ਸਿੱਖਾਂ ਨਾਲ ਇਦਾਂ ਦਾ ਪਿਆਰ ਹੈ। ਸ੍ਰੀ ਸਤਿਗੁਰ ਸੋ ਪ੍ਰੀਤ ਕਨੇਰੀ, ਇਹਨਾਂ ਸਿੱਖਾਂ ਦੀ ਗੁਰੂ ਨਾਲ ਪ੍ਰੀਤ ਹੈ ਤੇ ਗੁਰੂ ਦੀ ਫਿਰ ਸਿੱਖ ਨਾਲ ਪ੍ਰੀਤ ਹੈ। ਗੁਰੂ ਸਿੱਖ ਦੇ ਭੇਦ ਮੁੱਕ ਜਾਂਦੇ ਨੇ, ਸਤਿਗੁਰੂ ਏਡਾ ਮਾਣ ਬਖਸ਼ਿਸ਼ ਕਰਦੇ ਹਨ। ਹਮ ਤੇ ਲਿਓ ਜਾਏ ਨਹਿ ਨਾਤਾ, ਕਹਿੰਦੇ ਇਹੋ ਜਿਹਾ ਨਾਤਾ ਜਿਹੜਾ ਸਿੱਖਾਂ ਨਾਲ ਸਾਡਾ ਬਣ ਗਿਆ ਹੈ। ਕਹਿੰਦੇ ਇਸ ਕਰਕੇ ਹੁਣ ਸਿੱਖਾਂ ਦੇ ਵੱਲੋਂ ਜਿਹੜਾ ਨਾਤਾ ਬਣਾ ਕੇ ਜੋ ਬਚਨ ਸਿੱਖਾਂ ਨੇ ਕਰਤੇ ਨੇ, ਹੁਣ ਉਹਨਾਂ ਦੇ ਬਚਨਾਂ ਕਰਕੇ ਚੰਦੂ ਦੀ ਲੜਕੀ ਦਾ ਨਾਤਾ ਹੁਣ ਸਾਡੇ ਕੋਲ ਲਿਆ ਨਹੀਂ ਜਾ ਸਕਦਾ। ਕਹੋ ਤਿਜ ਚੰਦੂ ਕਹੋ ਬਖਿਆਤਾ, ਹੇ ਪੰਡਤ ਜੀ ਜਾ ਕਰਕੇ ਚੰਦੂ ਨੂੰ ਸਾਰੀ ਗੱਲ ਚੰਗੀ ਤਰ੍ਹਾਂ ਸਮਝਾਉਣੀ ਕਰੋ, ਉਹਨੂੰ ਦੱਸ ਦੇਣਾ ਕਰੋ। ਸੁਨਤ ਵਿਪਰਨੇ ਗਿਰਾ ਬਖਾਨੀ, ਪਰ ਜਦੋਂ ਇਹ ਪ੍ਰੋਹਤ ਨੇ ਸਾਰੀ ਗੱਲ ਸੁਣੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਿੱਖਾਂ ਦੇ ਮਾਣ ਵਿੱਚ ਚੰਦੂ ਦਾ ਮਾਣ ਕਰਨ ਤੋਂ ਇਨਕਾਰ ਕਰ ਰਹੇ ਨੇ, ਸਿੱਖਾਂ ਦਾ ਤੇ ਮਾਣ ਕਰ ਰਹੇ ਨੇ, ਪਰ ਏਡਾ ਵੱਡਾ ਹਾਕਮ ਦੀਵਾਨ ਜਿਹੜਾ ਹੈ ਸਰਕਾਰੇ ਦਰਬਾਰੇ ਉਹਦੀ ਚੱਲਦੀ ਹੈ, ਪਰ ਸਤਿਗੁਰੂ ਉਹਦੀ ਕੋਈ ਪਰਵਾਹ ਆਪਣੇ ਮਨ ਵਿੱਚ ਨਹੀਂ ਕਰਦੇ ਹਨ। ਸੁਣ ਕਰਕੇ ਸਾਰੀ ਗੱਲਬਾਤ ਉਹ ਪ੍ਰੋਹਤ ਆਖਣ ਲੱਗਾ, ਸ਼ਾਹੋ ਦੀਵਾਨ ਅਦ ਕਹਠ ਮਾਨੀ, ਕਿ ਗੁਰੂ ਜੀ ਉਹ ਜਿਹੜਾ ਸ਼ਾਹ ਦਾ ਦੀਵਾਨ ਹੈ, ਬਾਦਸ਼ਾਹ ਦਾ ਦੀਵਾਨ ਹੈ, ਉਹਨੇ ਬੜੀ ਜਿੱਦ ਕੀਤੀ ਹੋਈ ਹੈ, ਬੜਾ ਵੱਡਾ ਜਿੱਦੀ ਹੈ ਉਹ। ਪਰੇ ਬੈਰ ਬਹੁ ਕਾਜ ਬਿਗਾਰੇ, ਤੇ ਉਹ ਜਿਹਦੀ ਸਰਕਾਰੇ ਦਰਬਾਰੇ ਚੱਲਦੀ ਹੋਵੇ, ਬਾਦਸ਼ਾਹ ਵੀ ਸੁਣਦਾ ਹੋਵੇ, ਉਹਦੇ ਨੇੜੇ ਹੋਵੇ ਨਾ ਕੋਈ, ਤੇ ਜੇ ਉਹਦੇ ਨਾਲ ਕੋਈ ਵਿਗਾੜ ਲਵੇ ਤੇ ਫਿਰ ਆਪਣੇ ਹੀ ਉਹਦੇ ਕੰਮ ਵਿਗੜਦੇ ਨੇ। ਜੇ ਤੁਸੀਂ ਉਹਦੇ ਨਾਲ ਵਿਗਾੜੋਗੇ, ਵੈਰ ਕਰੋਗੇ, ਤੇ ਫਿਰ ਤੁਹਾਡੇ ਬਹੁਤ ਕੰਮ ਉਹ ਵਿਗਾੜ ਪਾਵੇਗਾ। ਜੈ ਸੁਕਰ ਮਹਾ ਬਲ ਧਾਰੇ, ਜੋ ਕਰ ਸਕਦਾ ਹੈ, ਕਿਉਂਕਿ ਸਰਕਾਰੇ ਦਰਬਾਰੇ ਉਹਦੀ ਚੱਲਦੀ ਹੈ। ਇਸ ਤਰ੍ਹਾਂ ਡਰਾਵਾ ਦੇਣ ਵਾਸਤੇ ਇਹ ਪ੍ਰੋਹਤ ਗੱਲਾਂ ਕਰਦੇ, ਉਹਦੇ ਕੋਲ ਤਾਕਤ ਹੈ, ਰਾਜ ਸ਼ਕਤੀ ਦਾ ਉਹਦੇ ਕੋਲ ਆਸਰਾ ਹੈ, ਤੇ ਜੋ ਉਹ ਤਾਕਤ ਦੇ ਨਾਲ ਤੁਹਾਡਾ ਵਿਗਾੜ ਕਰ ਸਕਦਾ ਹੈ, ਨੁਕਸਾਨ ਕਰ ਸਕਦਾ ਹੈ। ਹਟੀ ਸਗਾਈ ਸਮ ਦੁਖ ਔਰ, ਕਹਿੰਦੇ ਇਹ ਰਿਸ਼ਤਾ ਜਿਹੜਾ ਟੁੱਟਣਾ, ਸਗਾਈ ਨਾ ਹੋਣੀ, ਇਹ ਤੇ ਫਿਰ ਉਹਦੇ ਕੋ ਹੋਰ ਵੱਡਾ ਦੁੱਖ ਜਿਹੜਾ ਉਹਨੂੰ ਹੋਵੇਗਾ। ਨਹੀਂ ਹੋਤ ਜਾਣੇ ਸਭ ਠੌਰ, ਤੇ ਜਦੋਂ ਇਹਦਾ ਵੱਡਾ ਦੁੱਖ ਇਹ ਵੀ ਹੈ ਕਿ ਜੇ ਤੁਹਾਡੇ ਵੱਲੋਂ ਰਿਸ਼ਤਾ ਨਹੀਂ ਪ੍ਰਵਾਨ ਕੀਤਾ ਤੇ ਹੋਰ ਪਾਸੇ ਵੀ ਇਹ ਰਿਸ਼ਤਾ ਨਹੀਂ ਹੋਏਗਾ, ਕਿਉਂਕਿ ਉਸ ਘਰ ਜਿਹੜਾ ਗੁਰੂ ਨਾਨਕ ਦੇ ਘਰ ਨਾਲ ਨਹੀਂ ਬਣੀ, ਉਹਦੀ ਦੁਨੀਆ 'ਚ ਹੋਰ ਕਿਸੇ ਨਾਲ ਕਿਵੇਂ ਬਣ ਸਕਦੀ। ਇਹ ਪ੍ਰਗਟ ਹੋ ਜਾਏਗਾ ਲੋਕਾਂ ਵਿੱਚ, ਤੇ ਫਿਰ ਉਹਦਾ ਕਿਤੇ ਵੀ ਹੋਰ ਰਿਸ਼ਤਾ ਉਸ ਪਰਿਵਾਰ ਦਾ ਨਹੀਂ ਜੁੜ ਪਾਵੇਗਾ। ਹਿਤ ਰਾਵਰ ਕੋ ਮੈਂ ਸ਼ੁਭ ਕਹਿਓ, ਤੇ ਬੜੇ ਪਿਆਰ ਨਾਲ, ਜਿਵੇਂ ਚੰਦੂ ਨੇ ਕਿਹਾ ਸੀ ਨਾ, ਧਮਕੀ ਦੇਣ ਦੀ ਲੋੜ ਪਵੇ ਧਮਕੀ ਦੇ ਲਿਓ, ਹਲੀਮੀ ਨਾਲ ਸਮਝਾਉਣਾ ਪਵੇ ਹਲੀਮੀ ਨਾਲ ਸਮਝਾਇਓ, ਪਰ ਗੱਲ ਮਨਾ ਕੇ ਆਇਓ। ਕਹਿੰਦੇ ਮੈਂ ਤੇ ਤੁਹਾਡੇ ਭਲੇ ਵਾਸਤੇ, ਪ੍ਰੋਹਤ ਕਹਿੰਦਾ ਏ ਕਿ ਤੁਹਾਡੇ ਭਲੇ ਵਾਸਤੇ ਮੈਂ ਤਾਂ ਤੁਹਾਨੂੰ ਸਮਝਾਉਣ ਦਾ ਯਤਨ ਕਰ ਰਹਾ, ਤੁਹਾਡੇ ਭਲੇ ਦੀ ਗੱਲ ਕਹਿ ਰਿਹਾ ਹਾਂ। ਜਥਾ ਭਵਿੱਖਿਅਤ ਵਰਤੈ ਲਹਿਓ, ਤੇ ਜੋ ਭਵਿੱਖ ਦੇ ਵਿੱਚ ਫਿਰ ਚੰਦੂ ਦੇ ਨਾਰਾਜ਼ ਹੋਣ ਨਾਲ ਹੋਏਗਾ, ਫਿਰ ਉਹ ਤੁਹਾਨੂੰ ਆਪ ਹੀ ਇਸ ਦਾ ਫਲ ਅੱਗੇ ਨੂੰ ਜੋ ਵਰਤਦੀ ਹੈ ਇਹ ਤੁਹਾਨੂੰ ਪਤਾ ਹੋਵੇਗਾ। ਸਤਿਗੁਰੂ ਪਾਤਸ਼ਾਹ ਨੂੰ ਇਸ ਤਰੀਕੇ ਦੇ ਨਾਲ ਜਦੋਂ ਇਹ ਪ੍ਰੋਹਤ ਕਹਿੰਦਾ ਹੈ, ਲਿਓ ਨਾਤਾ ਹੋਏ ਸ਼ਾਂਤ ਬਖੇਰਾ, ਕਿ ਭਵਿੱਖ ਦੇ ਵਿੱਚ ਜੇ ਆਪਣੇ ਨੁਕਸਾਨ ਤੋਂ ਬਚਣਾ ਚਾਹੁੰਦੇ ਹੋ
ਤੇ ਇਹ ਰਿਸ਼ਤਾ ਚੰਦੂ ਦੇ ਘਰ ਨਾਲ ਬਣਾ ਲਵੋ ਤਾਂ ਕਿ ਸ਼ਾਂਤੀ ਬਣੀ ਰਵੇ, ਕੋਈ ਵਖੇੜਾ ਨਾ ਪੈਦਾ ਹੋਵੇ। ਨਹੀਂ ਤਾਂ ਇਸ ਫਲ ਕਸ਼ਟ ਕਨੇਰਾ। ਨਹੀਂ ਤਾਂ ਮੈਨੂੰ ਨਜ਼ਰ ਆ ਰਿਹਾ ਹੈ ਕਿ ਚੰਦੂ ਬੜਾ ਜਿੱਦੀ ਹੈ, ਜੇ ਗੁੱਸੇ ਵਿੱਚ ਆ ਗਿਆ ਤੇ ਤੁਹਾਨੂੰ ਬੜੇ ਕਸ਼ਟ ਦੇਵੇਗਾ, ਇਹ ਤੁਹਾਡੇ ਫਿਰ ਬੜੇ ਦੁੱਖ ਤੁਹਾਨੂੰ ਝੱਲਣੇ ਪੈਣਗੇ। ਸਮਾਂ ਚੁਕੇ ਪਛਤਾਵਨ ਰਹੇ। ਅਜੇ ਵੀ ਸਮਾਂ ਹੈ, ਮੰਨ ਜਾਓ ਸਾਡੀ ਗੱਲ, ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਬੜਾ ਪਛਤਾਉਣਾ ਪਵੇਗਾ। ਭਲੋ ਨਾ ਕਰਿਓ ਆਪ ਕੋ ਕਹੇ। ਇਸ ਤਰ੍ਹਾਂ ਬਾਰ-ਬਾਰ ਇਹੀ ਗੱਲ ਕਹਿੰਦਾ ਹੈ, ਉਸ ਵੇਲੇ ਜੋ ਕੀਤਾ ਚੰਗਾ ਨਹੀਂ। ਇਹ ਆਪਣੇ ਆਪ ਨੂੰ, ਇਹ ਜਿਹੜਾ ਕੰਮ ਤੁਹਾਡੇ ਵੱਲੋਂ ਹੋਇਆ, ਭਾਵੇਂ ਚੰਦੂ ਨੇ ਬੋਲੇ ਨੇ, ਗੱਲ ਭਾਵੇਂ ਉਹਨੇ ਠੀਕ ਨਹੀਂ ਕਹੀ ਹੈ, ਪਰ ਇਹ ਗੱਲ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਰਿਸ਼ਤਾ ਪ੍ਰਵਾਨ ਕਰ ਲਵੋ। ਜਾਂ ਤੇ ਮਾਨ ਲਿਓ ਮਤ ਮੇਰਾ। ਪਰ ਮੈਂ ਤੇ ਹੁਣ ਤੁਹਾਡੇ ਭਲੇ ਵਾਸਤੇ ਕਹਿ ਰਿਹਾ ਹਾਂ। ਦੇਖੋ, ਜੇ ਨਿਮਰਤਾ ਨਾਲ ਬੇਨਤੀ ਕੀਤੀ ਜਾਂਦੀ ਸ਼ਾਇਦ ਗੁੱਲ ਕੁਝ ਹੋਰ ਹੁੰਦੀ। ਅਜੇ ਵੀ ਉਹ ਹੰਕਾਰ ਬਾਰੇ ਬੋਲ ਨੇ ਕਿ ਜੇ ਤੁਸੀਂ ਰਿਸ਼ਤਾ ਨਹੀਂ ਲੈਂਦੇ ਫਿਰ ਤੁਹਾਨੂੰ ਇਹ ਦੁੱਖ ਮਿਲਣਗੇ, ਧਮਕੀਆਂ ਦੇ ਰਿਹਾ ਹੈ। ਇਸ ਤਰੀਕੇ ਦੇ ਨਾਲ ਗੁਰੂ ਘਰ ਨੂੰ ਡਰਾਉਣ ਦਾ ਯਤਨ ਕਰ ਰਿਹਾ ਹੈ, ਜਿਸ ਘਰ ਵਿੱਚ ਆ ਕੇ ਦੁਨੀਆ ਦੇ ਲੋਕ ਆਪਣੇ ਡਰ ਲਾ ਛੁੱਟਦੇ ਨੇ। ਜਿਸ ਦਰ ਤੇ ਪੜਿਆ ਜਾਂਦਾ ਹੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਨਾਲੇ ਡਰਦਾ ਕੌਣ ਹੈ? ਸੋ ਡਰੈ ਜੇ ਪਾਪ ਕਮਾਵੰਦਾ। ਜਿਹੜਾ ਪਾਪੀ ਹੋਵੇ ਨਾ ਉਹ ਡਰਦਾ ਹੈ। ਧਰਮੀ ਵਿਗਸੇਦ, ਧਰਮੀ ਬੰਦੇ ਨੂੰ ਕਿਵੇਂ ਕੋਈ ਡਰ ਵਿੱਚ ਲਿਆ ਸਕਦਾ ਹੈ? ਤੇ ਧਰਮੀ ਜਿਹੜਾ ਧਰਮ ਦੀ ਜੀਵਨ ਦੀ ਜਾਂਚ ਦੁਨੀਆ ਨੂੰ ਸਿਖਾਈ, ਉਹ ਸਤਿਗੁਰਾਂ ਨੂੰ ਧਮਕੀਆਂ ਦੇ ਰਿਹਾ ਹੈ ਕਿ ਮੇਰੀ ਗੱਲ ਮੰਨ ਲਵੋ ਜੇ ਆਪਣਾ ਭਲਾ ਚਾਹੁੰਦੇ ਹੋ। ਦੋ ਦਿਸ਼ ਵਧੈ ਪ੍ਰਮੋਦ ਵਡੇਰਾ। ਤੇ ਜੇ ਤੁਸੀਂ ਨਹੀਂ ਰਿਸ਼ਤਾ ਪ੍ਰਵਾਨ ਕਰਦੇ, ਦੋਵਾਂ ਪਾਸਿਆਂ ਤੇ ਬਹੁਤ ਵੱਡਾ ਇਹ ਝਗੜਾ ਵਧਣਾ ਹੈ, ਬਹੁਤ ਕਲੇਸ਼ ਹੋਵੇਗਾ। ਨਤ ਸੰਸੈ ਜੀਵਨ ਮਹਿ ਹੋਏ। ਇੱਥੋਂ ਤੱਕ ਧਮਕੀ ਦਿੰਦਾ ਹੈ ਕਿ ਜੇ ਤੁਸੀਂ ਨਾ ਮੰਨੀ, ਹੋ ਸਕਦਾ ਹੈ ਉਹ ਗੁੱਸੇ ਤੇ ਕ੍ਰੋਧ ਵਿੱਚ ਤੁਹਾਡੇ ਜੀਵਨ ਦਾ ਵੀ ਨੁਕਸਾਨ ਕਰ ਦੇਵੇ। ਇਹ ਇੱਥੋਂ ਤੱਕ ਸ਼ਬਦ ਪੁਰੋਹਿਤ ਬੋਲਦਾ ਹੈ। ਜੇ ਤੋ ਬਲ ਕਰ ਹੈ ਸਭ ਕੋਏ। ਕਿਉਂਕਿ ਉਹਨੇ ਆਪਣੀ ਗੱਲ ਮਨਾਉਣ ਵਾਸਤੇ ਜਿੰਨੀ ਉਹਦੀ ਤਾਕਤ ਸਮਰੱਥਾ ਹੈ, ਉਹਨੇ ਹਰ ਹੀਲਾ ਵਸੀਲਾ ਵਰਤਣਾ ਹੈ ਤੇ ਤੁਹਾਡੇ ਜੀਵਨ ਵਾਸਤੇ ਵੀ ਖਤਰਾ ਬਣ ਸਕਦਾ ਹੈ। ਸੁਨ ਸ੍ਰੀ ਅਰਜਨ ਦੇਜ ਤੇ ਬਾਤ। ਇਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਪੁਰੋਹਿਤ ਦੇ ਕੋਲੋਂ ਸਾਰੀ ਗੱਲਬਾਤ ਜਦੋਂ ਸੁਣਦੇ ਹਨ, ਬੋਲੇ ਸ੍ਰੀ ਮੁਖ ਤੇ ਮੁਸਕਾਤ। ਆਪਣੇ ਮੁਖ ਤੋਂ ਮੁਸਕਰਾਉਂਦੇ ਹੋਏ, ਜਿਨ੍ਹਾਂ ਨੂੰ ਪਤਾ ਹੈ ਆਉਣ ਵਾਲੇ ਸਮੇਂ 'ਚ ਕੀ ਭਾਣੇ ਵਰਤਨੇ ਨੇ, ਕੀ ਕੁਝ ਹੋਣਾ ਹੈ, ਉਹਨਾਂ ਤੋਂ ਕੁਝ ਲੁਕਿਆ ਛੁਪਿਆ ਨਹੀਂ। ਤਾਂ ਹੀ ਤੇ ਭੱਟ ਸਾਹਿਬਾਨ ਕਹਿੰਦੇ ਨੇ, ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਉਹਨਾਂ ਤੋਂ ਕਿਹੜੀ ਗੱਲ ਲੁਕੀ ਹੈ? ਪਰ ਜਦੋਂ ਇਹ ਧਮਕੀਆਂ ਦੇ ਕੇ ਡਰਾਵੇ ਦੇਣ ਦਾ ਯਤਨ ਕਰਦਾ ਹੈ, ਪੁਰੋਹਿਤ ਦੀ ਗੱਲ ਸੁਣ ਕੇ ਸਤਿਗੁਰੂ ਜੀ ਮੁਖ ਤੋਂ ਪਿਆਰ ਨਾਲ ਮੰਦ-ਮੰਦ ਮੁਸਕਰਾਉਂਦੇ ਹਨ। ਹਮ ਕਿਸਹੂ ਸੋ ਬੈਰ ਨਾ ਕਰੈ। ਕਹਿਣ ਲੱਗੇ, ਪੁਰੋਹਿਤ ਜੀ ਗੱਲ ਧਿਆਨ ਨਾਲ ਸੁਣੋ, ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਹੈ, ਅਸੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਰੱਖਦੇ ਹਾਂ। ਕਿਸ ਕੋ ਬੁਰੋ ਨਾ ਹਿਰਦੈ ਧਰੈ। ਸਾਡੇ ਹਿਰਦੇ ਵਿੱਚ ਵੀ ਕਿਸੇ ਦੇ ਪ੍ਰਤੀ ਮਾੜਾ ਖਿਆਲ ਨਹੀਂ, ਕਿਸੇ ਦਾ ਬੁਰਾ ਵੀ ਕਦੀ ਮਨ ਵਿੱਚ ਨਹੀਂ ਸੋਚਦੇ। ਗੁਰੂ ਨਾਨਕ ਦਾ ਘਰ ਹੈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨਿਆਈ। ਜਿੰਨੇ ਗੁਰੂ ਕੇ ਸਿੱਖ ਨੇ ਉਹ ਵੀ ਇਹੀ ਪੜ੍ਹ ਕੇ ਵਿਚਾਰਦੇ ਨੇ, ਸਿੱਖ ਵੀ ਕਦੀ ਕਿਸੇ ਨੂੰ ਵੈਰੀ ਨਹੀਂ ਸਮਝਦਾ, ਕਿਸੇ ਨੂੰ ਬਿਗਾਨਾ ਨਹੀਂ ਸਮਝਦਾ, ਸਾਰਿਆਂ ਨੂੰ ਆਪਣਾ ਸਮਝਦਾ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ। ਰੱਬ ਵੀ ਨਿਰਵੈਰ ਹੈ, ਗੁਰੂ ਵੀ ਨਿਰਵੈਰ ਹੈ, ਸਤਿਗੁਰ ਨਿਰਵੈਰ। ਪੁੱਤਰ ਛਤਰ ਸਮਾਨੇ, ਭਾਵੇਂ ਪੁੱਤਰ ਹੋਵੇ ਭਾਵੇਂ ਸ਼ਤਰੂ ਹੋਵੇ। ਲੋਕ ਸ਼ਤਰੂ ਸਮਝ ਸਕਦੇ ਨੇ, ਪਰ ਗੁਰੂ ਦੀਆਂ ਨਜ਼ਰਾਂ ਵਿੱਚ ਸਾਰੇ ਆਪਣੇ ਨੇ। ਗੁਰੂ ਨਹੀਂ ਕਿਸੇ ਨੂੰ ਬੇਗਾਨਾ ਸਮਝਦਾ। ਕਹਿੰਦੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਅਸੀਂ ਕਿਸੇ ਦੇ ਵੀ ਪ੍ਰਤੀ ਮਨ ਵਿੱਚ ਹਿਰਦੇ ਵਿੱਚ ਬੁਰਾ ਨਹੀਂ ਵਿਚਾਰਦੇ ਹਾਂ। ਕਰੈ ਨਿਰਵੈਰ ਸੰਗ ਜੋ ਬੈਰ। ਤੇ ਚੇਤੇ ਰੱਖਣਾ ਪੁਰੋਹਿਤ ਜੀ, ਇਹ ਰੱਬ ਦੇ ਘਰ ਦਾ ਇਹ ਬਿਰਧ ਹੈ ਜਿਹੜਾ ਨਿਰਵੈਰ ਨਾਲ ਵੈਰ ਕਰਦਾ ਹੋਵੇ। ਮੰਨ ਲਓ ਕੋਈ ਬੰਦਾ ਕਿਸੇ ਨਾਲ ਵੈਰ ਨਹੀਂ ਕਰ ਰਿਹਾ, ਪਰ ਨਿਰਵੈਰ ਸਰੂਪ ਹੋਵੇ ਤੇ ਨਿਰਵੈਰ ਨਾਲ ਵੀ ਕੋਈ ਵੈਰ ਰੱਖਦਾ ਹੋਵੇ। ਇਸ ਕੇ ਜੁਗ ਲੋਕਨ ਕਿਆ ਖੈਰ। ਕਹਿੰਦੇ ਫਿਰ ਸੰਸਾਰ ਦੇ ਵਿੱਚ ਲੋਕ ਪਰਲੇਖ ਵਿੱਚ ਫਿਰ ਰੱਬ ਦੇ ਘਰੋਂ ਇਨਸਾਫ ਹੁੰਦਾ ਹੈ, ਉਹਦੀ ਫਿਰ ਖੈਰ ਨਹੀਂ, ਉਹਦਾ ਆਪਣਾ ਕਦੀ ਕਲਿਆਣ ਨਹੀਂ ਹੁੰਦਾ। ਤਾਂ ਹੀ ਤੇ ਬਾਣੀ 'ਚ ਸਤਿਗੁਰੂ ਬਾਰ-ਬਾਰ ਸਮਝਾਉਂਦੇ ਨੇ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ
ਸਗਲ ਸ੍ਰਿਸ਼ਟ ਸਾਜਨਾ। ਸਾਰਿਆਂ ਵਿੱਚ ਰੱਬ ਵੇਖੋ, ਮਨ ਤੋਂ ਬੁਰਾ ਕੱਢ ਦਿਓ। ਮਨ 'ਚ ਕਦੀ ਕਿਸੇ ਦੇ ਪ੍ਰਤੀ ਮਾੜਾ ਭੈੜਾ ਖਿਆਲ ਵੀ ਭੁੱਲ ਕੇ ਨਹੀਂ ਲੈ ਕੇ ਆਉਣਾ। ਜੇ ਆਪਣਾ ਭਲਾ ਚਾਹੁੰਦੇ ਹੋ ਤੇ ਫਿਰ ਮਨ ਵਿੱਚੋਂ ਬੁਰਾਈ ਕੱਢ ਦਿਓ। ਜਿਹਦੇ ਆਪਣੇ ਅੰਦਰ ਬੁਰਾਈ ਹੈ ਫਿਰ ਸੱਚ ਜਾਣਿਓ ਉਹਦਾ ਭਲਾ ਨਹੀਂ ਹੋ ਸਕਦਾ। ਗੁਰੂ ਸਾਹਿਬ ਦੀ ਬਾਣੀ 'ਚ ਇਹ ਵੀ ਆਪਾਂ ਬਚਨ ਪੜ੍ਹਦੇ ਹਾਂ, ਜਿਸ ਦੇ ਅੰਦਰ ਤਾਤ ਪਰਾਈ ਹੋਵੇ। ਤਾਤ ਪਰਾਈ ਦਾ ਮਤਲਬ ਹੁੰਦਾ ਈਰਖਾ, ਨਫ਼ਰਤ, ਸਾੜਾ, ਕਿਸੇ ਦੀ ਵਡਿਆਈ ਵੇਖ ਕੇ ਜਰਨਾ ਨਾ, ਐਵੇਂ ਕਿਸੇ ਦੇ ਪ੍ਰਤੀ ਮਾੜਾ ਸੋਚਦੇ ਰਹਿਣਾ, ਬੁਰਾ ਸੋਚਦਾ ਰਹਿਣਾ। ਤੇ ਜਿਹਦੇ ਅੰਦਰ ਇਹ ਹੁੰਦੀ ਹੈ ਨਾ ਬੁਰਾਈ ਦਾ ਖਿਆਲ, ਈਰਖਾ, ਨਫ਼ਰਤ, ਭੈੜੇ ਵਿਚਾਰ, ਤੇ ਸਾਹਿਬ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਹੀ ਭਲਾ। ਉਹਦਾ ਕਦੀ ਭਲਾ ਨਹੀਂ ਹੋ ਸਕਦਾ। ਇਹਦਾ ਮਤਲਬ ਜੇ ਆਪਣਾ ਭਲਾ ਚਾਹੁੰਦੇ ਆ ਤੇ ਆਪਣੇ ਹਿਰਦੇ 'ਚੋਂ ਹਮੇਸ਼ਾ ਹੀ ਭਲਾ ਭਲਾ ਕਰੀਏ। ਤੇ ਸਿੱਖ ਨੂੰ ਤੇ ਤਾਂ ਹੀ ਸਮਝਾਇਆ, ਰੋਜ਼ ਗੁਰੂ ਚਰਨਾਂ 'ਚ ਝੁਕ ਕੇ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸਾਰੀ ਮਾਨਵਤਾ ਦਾ, ਸਾਰੀ ਕਾਇਨਾਤ, ਸਮੁੱਚੇ ਬ੍ਰਹਿਮੰਡ ਸਭ ਦਾ ਭਲਾ ਮੰਗਦਾ ਹੈ ਇਹ ਸਿੱਖ। ਏਡੀ ਵੱਡੀ ਬਖਸ਼ਿਸ਼ ਕੀਤੀ ਹੈ ਗੁਰੂ ਕੇ ਸਿੱਖਾਂ ਨੂੰ ਸਤਿਗੁਰਾਂ ਨੇ। ਸਿੱਖ ਕਿਸੇ ਦਾ ਚਾਹ ਕੇ ਵੀ ਬੁਰਾ ਨਹੀਂ ਕਰਦਾ ਹੈ। ਤੇ ਸਾਹਿਬ ਕਹਿੰਦੇ ਜਿਹੜਾ ਫਿਰ ਆਪਣੇ ਹਿਰਦੇ ਵਿੱਚ ਕਿਸੇ ਦੇ ਪ੍ਰਤੀ ਬੈਰ ਰੱਖੇ, ਫਿਰ ਰੱਬ ਦੇ ਘਰੋਂ ਉਹ ਆਪਣੀ ਖੈਰ ਨਾ ਮਨਾਵੇ, ਫਿਰ ਰੱਬ ਵੀ ਉਹਨੂੰ ਉਹਦੇ ਕੀਤੇ ਹੋਏ ਸੁਭਾਅ ਅਨੁਸਾਰ ਹੀ ਉਹਦੇ ਫਲ ਉਸ ਬੰਦੇ ਨੂੰ ਬਖਸ਼ਦਾ ਹੈ। ਸਭ ਕੋ ਪਤ ਪਰਮੇਸ਼ਰ ਹੈ। ਸਾਰਿਆਂ ਦਾ ਮਾਲਕ ਤੇ ਪਰਮੇਸ਼ਰ ਹੈ, ਜਿਹੜਾ ਅਕਾਲ ਪੁਰਖ ਹੈ, ਵਾਹਿਗੁਰੂ ਹੈ। ਉਹ ਸਾਰਿਆਂ ਦੇ ਸਿਰ ਦਾ ਸੁਆਮੀ। ਰਾਜੇ ਮਹਾਰਾਜੇ ਹੋਣਗੇ ਦੁਨੀਆ ਦੇ ਵਿੱਚ, ਪਰ ਅਸਲ ਵਿੱਚ ਰਾਜਿਆਂ ਦਾ ਰਾਜਾ, ਮਹਾਰਾਜਾਂ ਦਾ ਮਹਾਰਾਜਾ, ਸੋ ਪਾਤਸ਼ਾਹ, ਸ਼ਾਹਾਂ ਪਾਤ ਸਾਹਿਬ, ਉਹ ਸ਼ਾਹਾਂ ਦਾ ਸ਼ਾਹ ਹੈ, ਉਹ ਪਰਮੇਸ਼ਰ ਹੈ। ਸੁਖ ਦੁਖ ਕੀ ਸੁਧ ਜਗ ਕੀ ਲਹੈ। ਕਿਹਨੂੰ ਸੁੱਖ ਦੇਣਾ ਹੈ, ਕਿਹਨੂੰ ਦੁੱਖ ਦੇਣਾ ਹੈ, ਇਹ ਸਭ ਉਹਦੇ ਹੱਥ ਦੇ ਵਿੱਚ ਹੈ। ਇਹ ਸਾਰੀ ਖਬਰ ਰੱਖਦਾ ਹੈ। ਉਹ ਸਾਰਾ ਕੁਝ ਵੇਖ ਕੇ ਉਹ ਇਨਸਾਫ ਕਰਨ ਵਾਲਾ ਹੈ। ਭਲਾ ਬੁਰਾ ਜੋ ਕਰਮ ਕਰੰਤ। ਇਹ ਖੇਡ ਰਚਾਈ ਹੈ। ਜਿਹੋ ਜਿਹਾ ਕੋਈ ਕਰਮ ਕਰਦਾ ਹੈ, ਭਲੇ ਕਰਮ ਕਰਦਾ ਹੈ, ਕੋਈ ਬੁਰੇ ਕਰਮ ਕਰਦਾ ਹੈ, ਤਿਨ ਤੇ ਸੁਖ ਦੁਖ ਦੀਪ ਧਰੰਤੇ। ਬਸ ਉਹਨਾਂ ਕਰਮਾਂ ਦੇ ਹਿਸਾਬ ਦੇ ਨਾਲ ਫਿਰ ਦੱਦੈ ਦੋਸ਼ ਨਾ ਦੇਊ। ਕਿਸੈ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਉਹ ਆਪਣੇ ਕੀਤੇ ਆਪੇ ਬੀਜ, ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ ਵਾਲੀ ਕਲਾ ਹੈ ਕਿ ਉਹ ਫਿਰ ਉਹਨਾਂ ਦੇ ਕੀਤੇ ਭਲੇ ਬੁਰੇ ਵੇਖ ਕੇ ਰੱਬ ਸੁੱਖ ਦੁੱਖ ਜੀਵਾਂ ਨੂੰ ਬਖਸ਼ਦਾ ਹੈ। ਚਿਤਵਤ ਬੁਰਾ ਬੁਰਾ ਫਲ ਪਾਵੈ। ਜਿਹੜਾ ਆਪਣੇ ਮਨ ਵਿੱਚ ਬੁਰਾ ਚਿਤਵਦਾ ਹੈ, ਕਿਸੇ ਦੇ ਪ੍ਰਤੀ ਮਾੜਾ ਚਿਤਵਦਾ ਹੈ, ਤੇ ਫਿਰ ਸੋਚੇ ਮੈਂ ਤੇ ਕਿਸੇ ਦੇ ਪ੍ਰਤੀ ਉਹਦਾ ਮਾੜਾ ਹੋ ਜੇ, ਉਹਦਾ ਮਾੜਾ ਹੋ ਜੇ, ਉਹਦਾ ਰਹੇ ਕੱਖ ਨਾ। ਇਦਾਂ ਦੇ ਕੋਈ ਬੋਲ ਕਿਸੇ ਪ੍ਰਤੀ ਬੋਲਦਾ ਤੇ ਕਿਸੇ ਦੇ ਪ੍ਰਤੀ ਮਾੜੇ ਬੋਲ ਬੋਲਣ ਵਾਲਾ ਆਪਣਾ ਬੁਰਾ ਆਪਣੇ ਹੀ ਸੁਭਾਅ ਕਰਕੇ ਆਪ ਪ੍ਰਾਪਤ ਕਰਦਾ ਹੈ। ਬੁਰਾ ਸੋਚਣ ਵਾਲਾ ਬੁਰਾ ਹੀ ਫਲ ਪ੍ਰਾਪਤ ਕਰਦਾ ਹੈ। ਇਹੀ ਨੇਮ ਪ੍ਰਭ ਤੇ ਬਨ ਆਵੈ। ਇਹ ਰੱਬ ਦੇ ਘਰ ਦਾ ਅਟਲ ਨੇਮ ਹੈ। ਭਲਾ ਚਿਤਵਣ ਵਾਲੇ ਦਾ ਹਮੇਸ਼ਾ ਭਲਾ, ਤੇ ਜਿਹੜਾ ਬੁਰਾ ਚਿਤਵਦਾ ਹੈ ਬੁਰੇ ਦਾ ਆਪਣੀ ਸੋਚ ਕਰਕੇ ਬੁਰਾ ਹੁੰਦਾ ਹੈ। ਪਰ ਕੋ ਖਨੈ ਕੂਮ ਹਿਤ ਬੁਰੇ। ਇਹ ਤੇ ਕਲਾ ਐਸੀ ਹੈ ਕਿ ਕਈ ਵਾਰ ਕੋਈ ਮਨੁੱਖ ਖੂਹ ਖੋਦਦਾ ਹੈ ਕਿ ਮੈਂ ਕਿਸੇ ਬੰਦੇ ਨੂੰ ਇਸ ਖੂਹ ਦੇ ਵਿੱਚ ਸੁੱਟਣਾ, ਤੇ ਕਿਸੇ ਨੂੰ ਸੁੱਟਣ ਵਾਸਤੇ ਖੂਹ ਵਿੱਚ ਕੋਈ ਖੂਹ ਖੋਦਦਾ ਹੋਵੇ ਤੇ ਚੰਗੀ ਤਰ੍ਹਾਂ ਖੁਦਾਈ ਕੀਤੀ ਹੋਵੇ, ਤੇ ਖੂਹ ਚੰਗੀ ਤਰੀਕੇ ਨਾਲ ਖੋਦ ਕਰਕੇ ਤਿਆਰ ਕੀਤਾ, ਤੇ ਸੋਚ ਮੈਂ ਫਲਾਣੇ ਨੂੰ ਕਿਸੇ ਨੂੰ ਖੂਹ ਵਿੱਚ ਸੁੱਟਾਂਗਾ, ਝੇਰੇ ਗਿਰੈ ਸੋ ਬਹੁ ਦੁਖ ਭਰੈ। ਪਰ ਕਿਸੇ ਦੇ ਪ੍ਰਤੀ ਮਾੜਾ ਸੋਚਣ ਵਾਲਾ ਉਸ ਖੂਹ ਖਾਤੇ ਆਪ ਹੀ ਪੈਂਦਾ ਹੈ, ਆਪ ਹੀ ਉਸ ਖੂਹ ਦੇ ਵਿੱਚ ਡਿੱਗ ਜਾਂਦਾ ਹੈ। ਕਿਸੇ ਲਈ ਖੱਡਾ ਖੋਦਣ ਵਾਲਾ ਖੁਦ ਖੱਡੇ 'ਚ ਡਿੱਗਦਾ ਹੈ, ਕਿਸੇ ਲਈ ਬੁਰਾ ਸੋਚਣ ਵਾਲਾ ਆਪਣਾ ਬੁਰਾ ਕਰਾ ਲੈਂਦਾ ਹੈ, ਫਿਰ ਦੁਖੀ ਹੁੰਦਾ ਹੈ। ਇਮ ਕਹਿ ਤੂਸ਼ਨ ਭਏ ਗੁਸਾਈ। ਇਸ ਤਰ੍ਹਾਂ ਭਲੇ ਭਲੇ ਦੀ ਗੱਲ ਕਰਦਿਆਂ ਕਿ ਭਾਈ ਭਲਾ ਚਿਤਵਣ ਵਾਲੇ ਦਾ ਭਲਾ ਤੇ ਬੁਰਾ ਸੋਚਣ ਵਾਲੇ ਦਾ ਆਪ ਹੀ ਬੁਰਾ ਹੁੰਦਾ ਹੈ, ਇਹ ਕਹਿ ਕੇ ਸਤਿਗੁਰ ਪਾਤਸ਼ਾਹ ਫਿਰ ਚੁੱਪ ਹੋ ਗਏ। ਭਾਵ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਸ਼ਾਂਤ ਸਰੂਪ ਧਾਰਨ ਕਰ ਲਿਆ, ਫਿਰ ਅੱਗੋਂ ਬੋਲ ਕੋਈ ਹੋਰ ਨਹੀਂ ਬੋਲੇ ਹਨ। ਦਿਜ ਉੱਠ ਗਇਓ ਬਹੁਤ ਪਛਤਾਈ। ਬੜਾ ਜ਼ੋਰ ਲਾਇਆ ਸੀ ਪ੍ਰੋਹਤ ਨੇ ਕਿ ਸ਼ਾਇਦ ਮੇਰੀ ਗੱਲ ਮੰਨ ਜਾਣ, ਪਰ ਸਿੱਖਾਂ ਦਾ ਮਾਣ ਸੀ, ਸਤਿਕਾਰ ਸੀ। ਸਤਿਗੁਰ ਪਾਤਸ਼ਾਹ ਨਾਲ ਜਦੋਂ ਗੱਲ ਨਾ ਬਣੀ, ਆਖਰਕਾਰ ਗੱਲ ਨਾ ਬਣਦੀ ਵੇਖ ਕੇ ਪਛਤਾਉਂਦਾ ਹੋਇਆ, ਨਿਰਾਸ਼ ਹੋ ਕੇ
ਉਹ ਪੁਰੋਹਿਤ ਉੱਥੋਂ ਵਾਪਸ ਸ਼੍ਰੀ ਅੰਮ੍ਰਿਤਸਰ ਤੋਂ ਵਾਪਸ ਦਿੱਲੀ ਵੱਲ ਨੂੰ ਚੱਲ ਪਿਆ ਹੈ। ਦਿੱਲੀ ਪੁਰ ਕੋ ਹੋਏ ਨਿਰਾਸ। ਤੇ ਇਸੇ ਤਰ੍ਹਾਂ ਨਿਰਾਸ਼ ਅਵਸਥਾ ਵਿੱਚ ਖਾਲੀ ਹੱਥ ਗੱਲ ਪੂਰੀ ਨਾ ਹੁੰਦੀ ਵੇਖ ਕੇ ਨਿਰਾਸ਼ ਹੋ ਕੇ ਉਹ ਵਾਪਸ ਦਿੱਲੀ ਵਿੱਚ ਪੁਰੋਹਿਤ ਪਹੁੰਚਦਾ ਹੈ। ਚੰਦੂ ਕੋ ਸੁਰਦਈ ਆਵਾਸ। ਤੇ ਜਦੋਂ ਚੰਦੂ ਪਾਪੀ ਦੇ ਘਰ ਦੇ ਵਿੱਚ ਜਾ ਕੇ ਉਸਨੇ ਜਦੋਂ ਸਾਰੀ ਖਬਰ ਜਿਵੇਂ ਜਿਵੇਂ ਸਤਿਗੁਰਾਂ ਨਾਲ ਗੱਲਬਾਤ ਹੋਈ ਸੀ ਦੱਸਣੀ ਕੀਤੀ ਹੈ। ਦੋਹਰਾ ਚੰਦੂ ਸੁਨ ਜਰ ਜਾਬਰ ਗਇਓ ਨੈਕ ਨ ਮਾਨਿਓ ਤਰਾਸ। ਚੰਦੂ ਜਿਹੜਾ ਸੀ ਇਹ ਗੱਲ ਸੁਣ ਕਰਕੇ ਡਰ ਗਿਆ ਕਿ ਨਾ ਮੇਰੀਆਂ ਧਮਕੀਆਂ ਦਾ ਕੋਈ ਅਸਰ ਹੈ। ਪਿਆਰ ਦੀ ਗੱਲ ਤੇ ਵੱਖਰੀ ਹੈ, ਕਿਉਂਕਿ ਬੇਨਤੀ ਤੇ ਉਹਨੇ ਕੀਤੀ ਹੀ ਨਹੀਂ ਇੱਕ ਵਾਰ ਵੀ ਕਿ ਨਿਮਰਤਾ ਵਿੱਚ ਬੇਨਤੀ ਕਰ ਲੈ, ਕਿਉਂਕਿ ਗੁਰੂ ਨਾਨਕ ਦਾ ਘਰ ਹੈ ਜਿਹੜਾ ਨਿਮਾਣਾ ਬਣ ਕੇ ਆਉਂਦਾ ਹੈ ਦਾਤਾ ਜੀ ਉਹਨੂੰ ਮਾਣ ਬਖਸ਼ ਦਿੰਦੇ ਨੇ। ਪਰ ਉੱਥੇ ਵੀ ਹੰਕਾਰ ਦੇ ਭਰੇ ਨੇ ਧਮਕੀਆਂ ਦਿੱਤੀਆਂ, ਸੋਚਦਾ ਸੀ ਡਰ ਜਾਣਗੇ, ਪਰ ਜਦੋਂ ਪਤਾ ਲੱਗਾ ਕਿ ਤੇਰੀਆਂ ਧਮਕੀਆਂ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਕੋਈ ਅਸਰ ਨਹੀਂ ਹੋਇਆ, ਇਹ ਗੱਲ ਸੁਣ ਕੇ ਕਿ ਮੇਰੀ ਪਰਵਾਹ ਨਹੀਂ, ਮੇਰੇ ਸਰਕਾਰੇ ਦਰਬਾਰੇ ਚੱਲਦੀ ਹੋਈ ਵਡਿਆਈ ਨੂੰ ਵੇਖ ਕੇ ਵੀ ਗੁਰੂ ਸਾਹਿਬ ਨੇ ਨਜ਼ਰਅੰਦਾਜ਼ ਕਰਤਾ, ਰਿਸ਼ਤਾ ਨਾ ਪ੍ਰਵਾਨ ਕਰਨ ਦੀ ਗੱਲ ਸੁਣ ਕੇ ਸੜ ਬਲ ਗਿਆ ਕਿ ਮੇਰਾ ਬਿਲਕੁਲ ਡਰ ਉਹਨਾਂ ਨੇ ਮਨ ਵਿੱਚ ਨਹੀਂ ਮੰਨਿਆ ਹੈ। ਕਰੀ ਜਾਤ ਮੈਂ ਹੀਨਤਾ ਹਤੋਂ ਜਤਨ ਨਿਰਜਾਸ। ਕਿ ਮੇਰੇ ਜਾਤ ਭਰਾਵਾਂ ਦੇ ਵਿੱਚ ਗੁਰੂ ਸਾਹਿਬ ਨੇ ਹੇਠੀ ਕੀਤੀ ਹੈ। ਇਸ ਤਰੀਕੇ ਦੇ ਨਾਲ ਮਨ ਵਿੱਚ ਆਪਣੇ ਆਪ ਦੇ ਪ੍ਰਤੀ ਉਹਨੇ ਜਾਣਨਾ ਕੀਤਾ। ਗੁਰ ਘਰ ਸੋ ਰਚ ਦਵੈਸ਼ ਕੋ ਬੁਰੀ ਕਰਨ ਤਬ ਲਾਗ। ਜਦੋਂ ਕਿਸੇ ਤਰੀਕੇ ਨਾਲ ਗੱਲ ਨਾ ਬਣੀ, ਹੁਣ ਈਰਖਾ ਦਾ ਭਰਿਆ ਹੋਇਆ, ਸਾੜੇ ਦਾ ਭਰਿਆ ਹੋਇਆ ਗੁਰੂ ਘਰ ਦੇ ਪ੍ਰਤੀ ਹੁਣ ਇਹੋ ਜੀ ਵਿਧ ਵਿਵਹਾਰ ਸੋਚਣ ਲੱਗ ਪਿਆ ਕਿ ਕਿਵੇਂ ਮੈਂ ਗੁਰੂ ਘਰ ਦਾ ਨੁਕਸਾਨ ਕਰਾਂ। ਇਸ ਤਰੀਕੇ ਦੀਆਂ ਵਿਉਂਤਾਂ ਹੁਣ ਬਣਾਉਣ ਲੱਗ ਪਿਆ ਹੈ। ਘਾਤ ਵਿਚਾਰਤ ਪਿਖਤ ਨਿਤ ਚੁਗਲੀ ਉਗਲ ਕੁਭਾਗ। ਹੁਣ ਦਿੱਲੀ ਦੇ ਵਿੱਚ ਵੱਡੇ ਵੱਡੇ ਅਧਿਕਾਰੀਆਂ ਤੱਕ, ਮੁਖੀ ਜਿਹੜੇ ਸਰਕਾਰ ਦਰਬਾਰ ਮੰਤਰੀ ਸਲਾਹਕਾਰ ਸਨ, ਉਹਨਾਂ ਤੱਕ ਕਿਸੇ ਤਰੀਕੇ ਨਾਲ ਗੱਲ ਪਹੁੰਚਾਉਂਦਾ ਹੈ। ਹਰ ਵਕਤ ਕੰਨ ਭਰਦਾ ਹੈ, ਚੁਗਲੀਆਂ ਕਰਦਾ ਹੈ, ਗੁਰੂ ਘਰ ਦੇ ਖਿਲਾਫ ਬੋਲਦਾ ਹੈ। ਇਸ ਤਰੀਕੇ ਨਾਲ ਝੂਠੀਆਂ ਗੱਲਾਂ ਕਰਕੇ ਨਿੰਦਿਆ ਕਰਦਾ ਹੈ, ਕਿਉਂਕਿ ਜਿਵੇਂ ਸਾਧ ਨੂੰ ਅਸੀਂ ਕਈ ਵਾਰ ਚੋਰ ਕਹੀਏ, ਇਹ ਨਿੰਦਿਆ। ਚੋਰ ਨੂੰ ਚੋਰ ਕਹਿਣਾ ਨਿੰਦਿਆ ਨਹੀਂ ਹੋਇਆ ਕਰਦੀ, ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ, ਪਰ ਫੁੱਲ ਨੂੰ ਅਗਰ ਅਸੀਂ ਕੰਡਾ ਆਖੀਏ ਉਹ ਨਿੰਦਿਆ। ਗੁਰੂ ਨਾਨਕ ਦੇ ਘਰ ਦੇ ਭਲੇ ਦੀ ਗੱਲ ਜਿਹੜੀ ਸੀ ਉਹਨੂੰ ਬੁਰਾਈ ਬਣਾ ਬਣਾ ਕੇ ਗੁਰੂ ਨਾਨਕ ਦੇ ਘਰ ਦੇ ਖਿਲਾਫ ਚੁਗਲੀਆਂ ਕਰ ਕਰਕੇ ਰੋਜ਼ ਜਿਹੜਾ ਹੈ ਸਰਕਾਰੇ ਦਰਬਾਰੇ ਜਾ ਕੇ ਦਿੱਲੀ ਦੇ ਹਾਕਮਾਂ ਕੋ ਬਾਦਸ਼ਾਹ ਤੱਕ ਇਹ ਰੋਜ਼ ਕੰਨ ਭਰਨ ਦਾ ਕੰਮ ਜਿਹੜਾ ਹੈ ਇਹ ਚੰਦੂ ਪਾਪੀ ਹੁਣ ਕਰਨ ਲੱਗ ਪਿਆ। ਬਹੁਰ ਕਥਾ ਇਹ ਕਹਾਂਗੇ ਦੁਸ਼ਟੀ ਦੁਸ਼ਟ ਜੋ ਕੀਨ। ਬਾਬਾ ਰਾਮ ਕੁਏਰ ਜੀ ਜੋ ਕਥਾ ਸੰਗਤ ਨੂੰ ਸੁਣਾ ਰਹੇ ਨੇ, ਮਹਾਂਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ ਤੇ ਪ੍ਰਸੰਗ ਨੂੰ ਇੱਥੇ ਸੰਕੋਚਦੇ ਆ। ਕਹਿੰਦੇ ਹੁਣ ਇਹ ਚੰਦੂ ਦੇ ਰਾਹੀਂ ਜਿਵੇਂ ਗੁਰੂ ਘਰ ਨਾਲ ਮਾੜਾ ਵਿਵਹਾਰ ਹੋਇਆ, ਇਹ ਕਥਾ ਕਹਿੰਦੇ ਫਿਰ ਬਾਅਦ ਚ ਅੱਗੇ ਜਾ ਕੇ ਫੇਰ ਸਾਂਝੀ ਕੀਤੀ ਜਾਵੇਗੀ। ਸ੍ਰੀ ਹਰਗੋਬਿੰਦ ਵਿਆਹੋ ਕੋ ਸਰੋਤਾ ਸੁਨੋ ਪ੍ਰਬੀਨ। ਇੱਧਰ ਜਿੱਥੇ ਉਹ ਦੁਸ਼ਟ ਆਪਣੀ ਦੁਸ਼ਟਤਾਈ ਵਿਖਾਉਂਦਾ ਹੈ, ਮਾੜੇ ਕਰਮ ਕਰਦਾ ਹੈ, ਉਹ ਗੱਲ ਕਹਿੰਦੇ ਕਥਾ ਫੇਰ ਕਰਾਂਗੇ। ਇੱਧਰ ਕਹਿੰਦੇ ਧਿਆਨ ਆਪਣਾ ਲੈ ਚੱਲੋ ਕਿ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਨਗਰੀ ਦੇ ਅੰਦਰ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿਆਹ ਦੀਆਂ ਤਿਆਰੀਆਂ ਕਿਵੇਂ ਕਿਵੇਂ ਚੱਲਦੀਆਂ ਨੇ, ਇਹ ਪ੍ਰਸੰਗ ਕਹਿੰਦੇ ਹੁਣ ਧਿਆਨ ਨਾਲ ਸਾਰੇ ਸਰਵਣ ਕਰੋ। ਇੱਕ ਵਾਰ ਸਾਰੇ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਦੋਹਰਾ ਬਾਸੁਰ ਕਿਤਕ ਬਤਾਏ ਕਰ ਸ੍ਰੀ ਗੁਰੂ ਅਰਜਨ ਨਾਥ। ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਆਪ ਜੀ ਪਿਆਰ ਨਾਲ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਰਹੇ ਹੋ। ਸਮੇਂ ਦੀ ਚਾਲ ਬੀਤਦੀ ਜਾਂਦੀ ਹੈ, ਕਿਉਂਕਿ ਜਦੋਂ ਸਗਾਈ ਹੋਈ 2 ਮਹੀਨਿਆਂ ਦੇ ਕਰੀਬ ਸਮਾਂ ਸੀ ਜਦੋਂ ਸ੍ਰੀ ਹਰਗੋਬਿੰਦ ਜੀ ਮਹਾਰਾਜ ਜੀ ਦਾ ਆਨੰਦ ਕਾਰਜ ਹੋਣਾ ਹੈ। ਇਹ ਸਮਾਂ ਬਤੀਤਦਾ ਹੈ ਕਈ ਦਿਨ ਇਸ ਤਰ੍ਹਾਂ ਅੰਮ੍ਰਿਤਸਰ ਦੀ ਧਰਤੀ ਤੇ ਵਿਆਹ ਦੀਆਂ ਤਿਆਰੀਆਂ ਕਰਦਿਆਂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਸੰਗਤਾਂ ਦੇ ਜਦੋਂ ਬਤੀਤ ਹੋ ਗਏ। ਚਿਤਵਤ ਨੰਦਨ ਵਿਆਹ ਕੋ ਬੜ ਉਤਸਵ ਕੇ ਸਾਥ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਦਿਨ ਵਿਚਾਰਦੇ ਨੇ ਕਿ ਪੁੱਤਰ ਦਾ ਵਿਆਹ ਹੈ, ਸੰਗਤਾਂ ਦੇ ਅੰਦਰ ਬੜਾ ਚਾਅ ਹੈ, ਸੋ ਸਾਰੀਆਂ ਸੰਗਤਾਂ ਦਾ ਮਾਣ ਤਾਣ ਹੋਵੇ, ਪ੍ਰਬੰਧ ਚੰਗੇ ਹੋ ਜਾਣ ਤੇ ਵੱਡਾ ਉਤਸਵ ਹੋਵੇ, ਸੋਹਣੇ ਢੰਗ ਨਾਲ ਇਹ ਕਾਰਜ ਹੋਣ।
ਤੇ ਉਹਦੀ ਤਿਆਰੀ ਚੰਗੇ ਤਰੀਕੇ ਨਾਲ ਕੀਤੀ ਜਾਵੇ। ਇਦਾਂ ਦੀ ਵਿਚਾਰ ਸਤਿਗੁਰੂ ਕਰਦੇ ਹਨ। ਨਿਸ਼ਾਨੀ ਛੰਦ ਅਗਹਨ ਬੀਤਿਓ ਮਾਸ ਜਬ ਪੁਨ ਪੂਸੋ ਆਇਓ। ਸੰਗਤ ਜੀ, ਸਰਦੀਆਂ ਦੇ ਦਿਨ ਨੇ, ਮੱਘਰ ਦਾ ਮਹੀਨਾ ਬਤੀਤ ਹੋ ਗਿਆ ਤੇ ਪੋਹ ਦਾ ਮਹੀਨਾ ਆਰੰਭ ਹੋ ਗਿਆ। ਆ ਗੁਰੂ ਕੀ ਗੋਦ 'ਚ ਬੈਠੇ ਆ ਅਸੀਂ। ਆਪਣੇ ਆਪ ਨੂੰ ਜਿੰਨੇ ਵੀ ਪਿਆਰ ਵਾਲੇ ਬੈਠੇ, ਯਤਨ ਕਰਿਆ ਕਰੋ ਆਪਣੇ ਬੱਚਿਆਂ ਨੂੰ ਦੇਸੀ ਮਹੀਨਿਆਂ ਦੇ ਨਾਮ ਵੀ ਚੇਤੇ ਕਰਾਇਆ ਕਰੀਏ। 12 ਮਾਹ ਦੀ ਬਾਣੀ ਦੇ ਰਾਹੀਂ ਉਹਨਾਂ ਨੂੰ ਅੱਖਰ ਅੱਖਰ ਸਮਝਾਇਆ ਵੀ ਕਰੀਏ ਕਿ ਜਿਹੜੇ ਦੇਸੀ ਮਹੀਨੇ ਨੇ, ਕਿਉਂਕਿ ਜਦੋਂ ਇਤਿਹਾਸ ਆਦਿਕ ਪ੍ਰਸੰਗ ਚੱਲਦੇ ਨੇ ਉਹ ਮਹੀਨਿਆਂ ਦਾ ਜ਼ਿਕਰ ਆਉਂਦਾ। ਜਨਵਰੀ ਫਰਵਰੀ ਤੱਕ ਤੇ ਸਾਰੇ ਦਸੰਬਰ ਤੱਕ ਮਹੀਨੇ ਬੱਚਿਆਂ ਨੂੰ ਯਾਦ ਹੈ, ਪਰ ਚੇਤ ਵਿਸਾਖ ਜੇਠ ਹਾੜ ਸੌਣ ਭਾਦੋਂ ਅੱਸੂ ਕੱਤਕ ਮੱਘਰ ਪੋ ਮਾਘ ਫੱਗਣ ਇਹਨਾਂ ਮਹੀਨਿਆਂ ਦਾ ਨਾਮ ਭੁੱਲ ਜਾਂਦੇ ਕਿ ਸਰਦੀ ਦੀ ਰੁੱਤ ਮੱਘਰ ਦਾ ਮਹੀਨਾ ਜਿਹੜਾ ਸੀ ਇਹ ਬਤੀਤ ਹੋ ਗਿਆ ਹੈ। ਇਹ ਮਹੀਨਾ ਜਿਸ ਵਕਤ ਬਤੀਤ ਹੋਇਆ ਤੇ ਅੱਗੇ ਪੋਹ ਦਾ ਮਹੀਨਾ ਜਿਹੜਾ ਹੈ ਇਹ ਹੁਣ ਆਰੰਭ ਹੋ ਗਿਆ। ਤੇ ਪੋਹ ਦੇ ਮਹੀਨੇ ਦੀ ਜਦੋਂ ਆਰੰਭਤਾ ਭਾਵ ਸਰਦੀ ਦੀ ਰੁੱਤ ਆ ਚੁੱਕੀ ਹੈ। ਸਮੈ ਮਾ ਉਤਸ਼ਾਹ ਕੋ ਜਾਣਿਓ ਨੇ ਰਾਇਓ। ਪੋਹ ਤੋਂ ਬਾਅਦ ਮਾਘ ਦਾ ਮਹੀਨਾ ਆਉਣਾ ਸੀ, ਜਦੋਂ ਇਹ ਆਨੰਦ ਦੇ ਕਾਰਜ ਹੋਣੇ ਨੇ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ। ਤੇ ਪਿੰਡ ਡੱਲੇ ਜੋ ਸੁਲਤਾਨਪੁਰ ਲੋਧੀ ਦੇ ਨੇੜੇ ਉਹ ਪਿੰਡ ਹੈ ਜਿੱਥੇ ਬਰਾਤ ਜਾਣੀ ਹੈ ਬਾਬਾ ਨਾਰਾਇਣ ਦਾਸ ਜੀ ਦੇ ਘਰ ਤੇ ਮਾਤਾ ਦਮੋਦਰੀ ਜੀ ਦੇ ਨਾਲ ਆਨੰਦ ਦੇ ਕਾਰਜ ਹੋਣੇ ਆ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦੇ। ਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਜੀ ਸਮਾਂ ਹੁਣ ਬਹੁਤ ਨੇੜੇ ਰਹਿ ਗਿਆ ਹੈ ਤੇ ਹੁਣ ਪੋਹ ਦਾ ਮਹੀਨਾ ਚੱਲ ਰਿਹਾ ਹੈ। 1 ਮਹੀਨੇ ਦਾ ਸਮਾਂ ਹੋਰ ਜਿਹੜਾ ਹੈ ਰਹਿ ਗਿਆ ਤੇ ਥੋੜੇ ਦਿਨਾਂ ਦੇ ਵਿੱਚ ਇਹ ਵੀ ਬਤੀਤ ਹੋ ਜਾਣਾ ਹੈ। ਮਹਾਦੇਵ ਸੋ ਮਿਲ ਗੁਰੂ ਬੈਠੇ ਇਕ ਥਾਨਾ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਫਿਰ ਆਪਣੇ ਵੱਡੇ ਭਰਾਤਾ ਧੰਨ ਬਾਬਾ ਮਹਾਦੇਵ ਜੀ, ਕਿਉਂਕਿ ਗੁਰੂ ਕੇ ਪੁੱਤਰ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ, ਫਿਰ ਬਾਬਾ ਮਹਾਦੇਵ ਜੀ, ਤੀਜੇ ਨੰਬਰ ਤੇ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਗੁਰਤਾ ਗੱਦੀ ਤੇ ਬਿਰਾਜਮਾਨ। ਬਾਬਾ ਪ੍ਰਿਥੀ ਚੰਦ ਜੀ ਪਿਛਲੇ ਸਮੇਂ ਵਿੱਚ ਜਦੋਂ ਸ੍ਰੀ ਹਰਗੋਬਿੰਦ ਜੀ ਦੇ ਪ੍ਰਕਾਸ਼ ਸਮੇਂ ਗੁਰੂ ਕੀ ਵਡਾਲੀ ਨਗਰ ਦੇ ਵਿੱਚ ਕਈ ਤਰੀਕੇ ਦੇ ਵਾਰ ਉਹਨਾਂ ਨੇ ਕੀਤੇ ਸੀ। ਇੱਕ ਬ੍ਰਾਹਮਣ ਰਾਹੀਂ ਜਦੋਂ ਦਹੀਂ ਦੇ ਵਿੱਚ ਜ਼ਹਿਰ ਦੇ ਕੇ ਭੇਜਿਆ ਸੀ, ਉਹ ਸਾਰਾ ਪਾਜ ਉਗੜਿਆ। ਇਹ ਸਾਰੀਆਂ ਗੁਰੂ ਘਰ ਦੇ ਖਿਲਾਫ ਕੀਤੀਆਂ ਸਾਜ਼ਿਸ਼ਾਂ ਸੰਗਤ ਨੂੰ ਪਤਾ ਲੱਗੀਆਂ ਤੇ ਉੱਥੋਂ ਫਿਰ ਇਹ ਅੰਮ੍ਰਿਤਸਰ ਤੋਂ ਨਿਰਾਸ਼ ਹੋ ਕੇ ਬਾਬਾ ਪ੍ਰਿਥੀ ਚੰਦ ਜੀ ਮਹਾਕਵੀ ਸੰਤੋਖ ਸਿੰਘ ਜੀ ਦੀ ਲਿਖਤ ਦੇ ਅਨੁਸਾਰ ਮਾਲਵੇ ਦੇ ਇਲਾਕੇ ਵੱਲ ਨੂੰ ਚਲੇ ਗਏ ਹੋਏ ਸਨ। ਕੋਠਾ ਪਿੰਡ ਮਾਲਵੇ ਦੇ ਇਲਾਕੇ 'ਚ ਉਸ ਪਾਸੇ ਚਲੇ ਗਏ ਸਨ। ਉਹ ਅੰਮ੍ਰਿਤਸਰ ਨਹੀਂ ਸੀ ਬਾਬਾ ਪ੍ਰਿਥੀ ਚੰਦ ਜੀ ਇਸ ਵਕਤ। ਗੁਰੂ ਸਾਹਿਬ ਗੁਰੂ ਕੀ ਵਡਾਲੀ ਤੋਂ ਸੰਗਤਾਂ ਦੀ ਬੇਨਤੀ ਕਰਨ ਤੇ ਫਿਰ ਅੰਮ੍ਰਿਤਸਰ ਸਾਹਿਬ ਆਏ ਹੋਏ ਸਨ। ਗੁਰੂ ਕੇ ਮਹਿਲਾਂ ਦੇ ਅਸਥਾਨ ਤੇ ਬਖਸ਼ਿਸ਼ਾਂ ਕਰਦੇ ਹੁੰਦੇ ਸਨ। ਤੇ ਸਤਿਗੁਰੂ ਪਾਤਸ਼ਾਹ ਦੇ ਕੋਲ ਹੁਣ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਨੇ। ਕਿੰਨਾ ਪਿਆਰ ਹੈ, ਵੇਖੋ ਰਿਸ਼ਤਿਆਂ ਨਾਤਿਆਂ ਦੀ ਕਦਰ ਕਿਵੇਂ ਕਰਨੀ ਹੈ। ਇਹ ਗੁਰੂ ਦੇ ਘਰ ਚੋਂ ਪਤਾ ਲੱਗਦਾ, ਇਹ ਇਤਿਹਾਸ ਤੋਂ ਪਤਾ ਲੱਗਦਾ ਕਿਵੇਂ ਵੱਡਿਆਂ ਦਾ ਸਤਿਕਾਰ ਕਰਨਾ ਹੈ। ਤੇ ਬਾਬਾ ਮਹਾਦੇਵ ਜੀ ਜਿਨ੍ਹਾਂ ਦੇ ਕੋਲ ਬੜੇ ਪਿਆਰ ਨਾਲ ਧੰਨ ਗੁਰੂ ਅਰਜਨ ਸਾਹਿਬ ਨੇ ਕੋਲ ਜਾ ਕਰਕੇ ਬਾਬਾ ਮਹਾਦੇਵ ਜੀ ਨੂੰ ਬੁਲਾਇਆ। ਉਹਨਾਂ ਦੇ ਕੋਲ ਪਹੁੰਚਦੇ ਹਨ। ਕਰੀ ਵਾਰਤਾ ਬਹੁਤ ਹੀ ਪ੍ਰਸੰਗ ਜੇ ਨਾਨਾ। ਦੋਵੇਂ ਭਰਾ ਬੈਠੇ ਨੇ, ਬਾਬਾ ਮਹਾਦੇਵ ਜੀ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ। ਗੱਜ ਕੇ ਬੋਲਿਆ ਕਰੋ ਗੁਰੂ ਕੇ ਚਰਨਾਂ ਵਿੱਚ, ਕਿਉਂਕਿ ਜਿੰਨਾ ਗੁਰੂ ਕਾ ਨਾਮ ਲੈਨੇ ਆ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਹ ਗੁਰੂ ਦਾ ਨਾਂ ਲਿਆ ਵੀ ਜੀਵਨ ਸਫਲ ਹੈ, ਜੇਵਾ ਸਫਲ ਹੈ, ਇਹ ਜੀਵਨ ਪਵਿੱਤਰ ਹੁੰਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਦੋਵੇਂ ਭਰਾ ਬੈਠੇ ਹੈ ਤੇ ਆਪਸ ਦੇ ਵਿੱਚ ਕਈ ਪ੍ਰਕਾਰ ਦੀਆਂ ਗੱਲਾਂ ਬਾਤਾਂ ਦੋਵੇਂ ਭਰਾ ਰਲ ਕੇ ਕਰਦੇ ਹਨ। ਬਹੁਰ ਵਿਆਹ ਕੀ ਬਾਤ ਕੋ ਸਭ ਜ਼ਿਕਰ ਸੁਨਾਇਓ। ਧੰਨ ਗੁਰੂ ਅਰਜਨ ਸਾਹਿਬ ਫਿਰ ਆਪਣੇ ਵੱਡੇ ਭਰਾਤਾਂ ਨਾਲ ਗੱਲਬਾਤ ਕਰਨ ਲੱਗੇ ਕਿ ਭਰਾ ਜੀ, ਜਿਵੇਂ ਪਤਾ ਹੈ ਆਪ ਜੀ ਨੂੰ ਕਿ ਤੁਹਾਡੇ ਸਪੁੱਤਰ ਭਾਵ ਸ੍ਰੀ ਹਰਗੋਬਿੰਦ ਜੀ ਤੁਹਾਡੇ ਹੀ ਪੁੱਤਰ ਨੇ। ਭਰਾ ਨੂੰ ਮਾਣ ਕਰਕੇ ਕਿ ਉਹਨਾਂ ਦਾ ਵਿਆਹ ਦਾ ਕਾਰਜ ਹੈ ਉਹ ਤਿਆਰੀ ਕੀਤੀ ਜਾ ਰਹੀ ਹੈ। ਏਕ ਮਾਸੀ ਵਿੱਚ ਰਹਿਓ ਦਿਨ ਨਿਕਟ ਸੋ ਆਇਓ। ਹੁਣ 1 ਮਹੀਨੇ ਦਾ ਸਮਾਂ ਹੈ ਤੇ ਦਿਨ ਗਿਣਦਿਆਂ ਗਿਣਦਿਆਂ ਇਹ ਵੀ ਨਿਕਲ ਜਾਣੇ ਨੇ ਤੇ ਜਿਹੜਾ ਆਨੰਦ ਦਾ ਕਾਰਜ ਹੋਣਾ ਹੈ ਉਹ ਤਾਂ ਬਹੁਤ ਨੇੜੇ ਸਮਾਂ ਆ ਗਿਆ। ਇਹ ਪੁਰਾਣੇ ਸਮੇਂ ਵਿੱਚ ਕਈ ਮਹੀਨੇ ਤਿਆਰੀਆਂ 'ਚ ਲੱਗ ਜਾਂਦੇ ਸਨ। ਅੱਜ ਕੱਲ੍ਹ ਤੇ ਅਸੀਂ ਸਾਰੇ ਪੈਲਸ ਜਾਂਦੇ ਆ, ਚੁੱਪ ਕਰਕੇ ਉੱਥੇ ਵਿਆਹ ਕੀਤਾ, ਪਤਾ ਨਹੀਂ ਲੱਗਦਾ ਕਦੋਂ ਤਿਆਰੀ ਸੀ ਕਦੋਂ ਵਿਆਹ ਹੋ ਵੀ ਗਿਆ। ਤੇ ਇਹ ਪੁਰਾਣੇ ਸਮੇਂ ਰਿਸ਼ਤੇ ਨਾਤੇ ਭੈਣ ਭਰਾ ਸਾਰੇ ਇਕੱਠੇ ਕਰਨੇ ਤੇ ਰਲ ਮਿਲ ਕੇ ਸਾਰਿਆਂ ਵਿੱਚ ਪਿਆਰ, ਸਾਰੇ ਪਰਿਵਾਰ ਖੁਸ਼ੀ ਮਨਾਇਆ ਕਰਦੇ ਸੀ।
ਤੇ ਸਾਹਿਬ ਕਹਿੰਦੇ ਦਿਨ ਤੇ ਥੋੜੇ ਹੀ ਰਹਿ ਗਏ ਨੇ, ਬਹੁਤ ਨੇੜੇ ਉਹ ਸਮਾਂ ਆ ਗਿਆ ਹੈ ਭਰਾ ਜੀ। ਬੜੋ ਭਰਾਤ ਅਬ ਦੂਰ ਹੈ, ਬੜ ਧਰਤ ਵਿਰੋਧਾ। ਵੇਖੋ ਕਿੱਡੀ ਨਿਮਰਤਾ, ਭਰਾ ਦਾ ਸਤਿਕਾਰ। ਬਾਬਾ ਪ੍ਰਿਥੀ ਚੰਦ ਈਰਖਾ ਤੇ ਈਰਖਾ ਕਰਦਾ ਰਿਹਾ, ਪਰ ਉਹ ਕਹਿੰਦੇ ਮੇਰੇ ਵੱਡੇ ਭਰਾਤਾ ਜੀ ਬਾਬਾ ਪ੍ਰਿਥੀ ਚੰਦ ਜੀ ਤੇ ਦੂਰ ਨੇ, ਉਹ ਤੇ ਇਸ ਵਕਤ ਨਾਰਾਜ਼ ਨੇ, ਕੁਝ ਗੁੱਸੇ ਨਾਰਾਜ਼ਗੀ ਵਿੱਚ, ਥੋੜਾ ਵਿਰੋਧਾਭਾਸ ਦੇ ਵਿੱਚ ਸਾਡੇ ਤੋਂ ਦੂਰ ਹੋ ਗਏ ਨੇ, ਮਨ ਵਿੱਚ ਰੋਸ ਰੱਖੀ ਬੈਠੇ ਹਨ। ਨਮਰ ਭਏ ਨ ਮਾਨਹੀ ਰਾਖੇ ਉਰ ਕ੍ਰੋਧਾ। ਅਸੀਂ ਨਿਮਰਤਾ ਨਾਲ ਵੀ ਉਹਨਾਂ ਨੂੰ ਬੇਨਤੀਆਂ ਕਰ ਲਈਆਂ ਨੇ, ਪਰ ਉਹ ਸਾਡੀ ਮੰਨਦੇ ਨਹੀਂ। ਉਹ ਮਨ ਵਿੱਚ ਬੜਾ ਕ੍ਰੋਧ ਰੱਖਦੇ ਨੇ, ਹਰ ਵਕਤ ਗੁੱਸੇ ਵਿੱਚ ਰਹਿੰਦੇ ਨੇ। ਚਾਹੀਏ ਅਬੈ ਬੁਲਾਵਨੋ ਇਹ ਉਚਿਤ ਮਹਾਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰੀਕੇ ਨਾਲ ਗੱਲ ਕੀਤੀ ਕਿ ਅਸੀਂ ਉਹਨਾਂ ਨੂੰ ਬੁਲਾਉਣਾ ਚਾਹੁੰਦੇ ਹਾਂ ਕਿ ਉਹ ਇੱਥੇ ਆ ਜਾਣ। ਜੇ ਉਹ ਇੱਥੇ ਹੁੰਦੇ ਅਸੀਂ ਬੇਫਿਕਰ ਹੋ ਜਾਂਦੇ। ਵੱਡੇ ਭਰਾ ਦਾ ਵੀ ਇਸ ਥਾਂ ਤੇ ਹੋਣਾ ਬੜਾ ਜ਼ਰੂਰੀ ਸੀ। ਸਹਿਤ ਕੁਟੰਬ ਸੁਆਵਨੋ ਹੋਵੇ ਇਸ ਥਾਨਾ। ਤੇ ਸਾਰੇ ਪਰਿਵਾਰ ਸਮੇਤ ਅਗਰ ਉਹ ਇਸ ਥਾਂ ਤੇ ਆ ਜਾਣ, ਬੜੇ ਚੰਗੇ ਕਾਰਜ ਸਾਰੇ ਭੈਣ ਭਰਾ ਇਕੱਠੇ ਹੋਣ, ਖੁਸ਼ੀਆਂ ਦੂਣੀਆਂ ਹੋ ਜਾਂਦੀਆਂ ਨੇ। ਜਦੋਂ ਖੁਸ਼ੀਆਂ ਦੇ ਕਾਰਜ ਹੋਣ, ਸਾਰੇ ਭੈਣ ਭਰਾ ਰਿਸ਼ਤੇ ਨਾਤੇ ਇਕੱਠੇ ਹੁੰਦੇ ਨੇ ਰਲ ਮਿਲ ਕੇ, ਤੇ ਇਹ ਖੁਸ਼ੀਆਂ 'ਚ ਹੋਰ ਵਾਧੇ ਹੋਇਆ ਕਰਦੇ। ਸਾਹਿਬ ਕਹਿੰਦੇ ਨੇ ਕਿ ਉਹਨੂੰ ਪਰਿਵਾਰ ਸਮੇਤ ਅਸੀਂ ਉਹਨਾਂ ਨੂੰ ਬੁਲਾਉਣਾ ਚਾਹੁੰਦੇ ਹਾਂ। ਮਹਾਦੇਵ ਬੋਲਿਓ ਸੁਨਤ ਭੇਜੋ ਲਿਖ ਪਾਤੀ। ਇਹ ਗੱਲ ਜਦੋਂ ਬਾਬੇ ਮਹਾਦੇਵ ਨੇ ਸੁਣੀ ਕਿ ਵੱਡੇ ਭਰਾ ਨੂੰ ਬੁਲਾਉਣ ਦੀ ਗੱਲ ਚੱਲ ਰਹੀ, ਬੜੇ ਖੁਸ਼ ਹੋਏ। ਕਹਿੰਦੇ ਠੀਕ ਹੈ, ਬੁਲਾਉਣਾ ਚਾਹੀਦਾ ਹੈ, ਵੱਡੇ ਭਰਾ ਨੇ, ਪਰਿਵਾਰ ਸਮੇਤ ਉਹਨਾਂ ਨੂੰ ਵੀ ਸ਼ਾਦੀ ਵਿਆਹ ਦੇ ਕਾਰਜ, ਖੁਸ਼ੀ ਦੇ ਕਾਰਜ 'ਚ ਸ਼ਾਮਲ ਹੋਣਾ ਚਾਹੀਦਾ ਹੈ। ਤੇ ਇਸ ਕਰਕੇ ਬੁਲਾਉਣ ਵਾਸਤੇ ਤੁਸੀਂ ਇੱਕ ਚਿੱਠੀ ਲਿਖ ਕੇ ਵੱਡੇ ਭਰਾ ਜੀ ਨੂੰ ਬੁਲਾਉਣ ਲਈ ਭੇਜਣਾ ਕਰੋ। ਉਹ ਨਰ ਆਛੋ ਜਾਏ ਕਹਿ ਆਨੈ ਪਲ ਭਾਂਤੀ। ਕੋਈ ਚੰਗੇ ਜੇ, ਕੋਈ ਸਿਆਣੇ ਜੇ, ਸੂਝਵਾਨ ਬੰਦੇ ਬੁਲਾ ਕੇ ਉਹਦੇ ਰਾਹੀਂ ਚਿੱਠੀ ਭੇਜੋ, ਚੰਗੀ ਤਰੀਕੇ ਨਾਲ ਸਤਿਕਾਰ ਕਰਦਿਆਂ, ਤਾਂ ਕਿ ਉਹ ਜਾ ਕਰਕੇ ਸਾਡਾ ਸੁਨੇਹਾ ਦੇ ਸਕੇ ਤੇ ਭਰਾ ਜੀ ਨੂੰ ਬੁਲਾ ਲਿਆਵੇ। ਸਨਮਾਨੋ ਸਭ ਰੀਤ ਤੇ ਮੈਂ ਭਰਾਤ ਵਡੇਰੇ। ਸਾਡੇ ਵੱਡੇ ਭਰਾਤਾ ਨੇ, ਹਰ ਤਰੀਕੇ ਨਾਲ ਮਾਣ ਕਰੀਏ, ਸਨਮਾਨ ਕਰੀਏ। ਜਿਉ ਕਿਉ ਕਰ ਤਿਸ ਆਨੀਐ ਆਡੀ ਵਿਦਹੇਰੈ। ਬਾਬਾ ਮਹਾਦੇਵ ਜੀ ਗੁਰੂ ਅਰਜਨ ਸਾਹਿਬ ਹੁਣ ਸਲਾਹ ਕਰਦੇ ਨੇ, ਕਿਉਂਕਿ ਉਹਨਾਂ ਨੇ ਕਿਹਾ ਵੱਡੇ ਭਰਾ ਨੂੰ ਬੁਲਾਉਣਾ, ਕਿਵੇਂ ਕਰੀਏ? ਤੇ ਬਾਬਾ ਮਹਾਦੇਵ ਜੀ ਕਹਿੰਦੇ ਫਿਰ ਉਹਨਾਂ ਨੂੰ ਬੁਲਾਉਣਾ ਹੈ, ਸਤਿਕਾਰ ਨਾਲ ਚਿੱਠੀ ਲਿਖ ਕੇ ਭੇਜੋ, ਜਿਵੇਂ ਵੀ ਹੋ ਸਕੇ ਉਹਨਾਂ ਨੂੰ ਬੁਲਾ ਲਈਏ। ਇਹ ਗੱਲ ਬੜੀ ਚੰਗੀ ਹੈ, ਕਿਉਂਕਿ ਭੈਣ ਭਰਾ ਇਕੱਠੇ ਹੋਣੇ ਚਾਹੀਦੇ ਹਨ। ਪਰਨੇ ਮਰਨੇ ਮੈਂ ਸਰਬ ਸੰਬੰਧ ਮਿਲੰਤੇ। ਕਹਿੰਦੇ ਇਹੀ ਤੇ ਨੇ, ਕਿਤੇ ਗੁੱਸੇ ਨਾਰਾਜ਼ਗੀ ਹੋ ਜਾਵੇ ਤੇ ਪਰਨੇ ਮਰਨੇ ਮੈਂ, ਭਾਵੇਂ ਇੱਕ ਪਾਸੇ ਖੁਸ਼ੀ ਦੇ ਕਾਰਜ ਹੁੰਦੇ ਨੇ, ਵਿਆਹ ਸ਼ਾਦੀ ਆਦਿਕ, ਪਰਨੇ ਕਹਿੰਦੇ ਨੇ ਵਿਆਹ ਨੂੰ, ਤੇ ਮਰਨਾ ਜਦੋਂ ਮੌਤ ਸੋਗ ਦਾ ਸਮਾਂ ਹੋਵੇ, ਰਿਸ਼ਤੇ ਨਾਤਿਆਂ ਵਿੱਚ ਕੋਈ ਤਰੇੜ ਆਈ ਹੋਵੇ, ਜਾਂ ਤੇ ਵਿਆਹ ਦਾ ਕਾਰਜ ਹੁੰਦਾ ਜਿਹੜਾ ਸਾਰਿਆਂ ਨੂੰ ਇਕੱਠਿਆਂ ਕਰ ਦਿੰਦਾ, ਫਿਰ ਮਿਲ ਪੈਂਦੇ ਆ, ਤੇ ਜਾਂ ਕੋਈ ਇਹੋ ਜਿਹਾ ਸੋਗ ਦਾ ਸਮਾਂ ਆਇਆ ਹੁੰਦਾ ਹੈ ਮਰਨੇ ਦਾ, ਜਿਸ ਵਕਤ ਫੇਰ ਚਲੋ ਨਾਰਾਜ਼ਗੀ ਛੱਡ ਕੇ ਸਾਰੇ ਇਕੱਠੇ ਹੋ ਜਾਂਦੇ। ਕਹਿੰਦੇ ਇਹੀ ਨੇ ਕਿ ਪਰਨੇ ਮਰਨੇ ਵਿੱਚ ਹੀ ਸਾਰੇ ਸੰਬੰਧੀ ਇਕੱਠੇ ਹੋ ਜਾਂਦੇ ਨੇ, ਮਿਲ ਜਾਂਦੇ ਹਨ। ਇਹੀ ਜਗਤ ਕੀ ਰੀਤ ਹੈ ਸਭ ਨਰ ਵਰਤੰਤੇ। ਸਾਰੇ ਲੋਕ ਆਖਦੇ ਨੇ ਇਹ ਜਗਤ ਦੀ ਰੀਤ ਵੀ ਹੈ, ਮਰਨੇ ਪਰਨੇ ਤੇ ਬਾਕੀ ਸਮੇਂ ਨਾਰਾਜ਼ਗੀਆਂ ਨੇ, ਕਈ ਵਾਰ ਹੁੰਦੀਆਂ ਨੇ, ਥੋੜੀਆਂ ਬਹੁਤੀਆਂ ਚੱਲਦੀਆਂ ਐ, ਪਰ ਮਰਨੇ ਪਰਨੇ ਤੇ ਸਾਰੇ ਘੱਟੋ ਘੱਟ ਜਿਹੜੇ ਘਰ ਦੇ ਕਾਰਜ ਨੇ, ਸਾਰੇ ਭੈਣ ਭਰਾ ਰਲ ਕੇ ਇਕੱਠੇ ਹੋ ਜਾਣ। ਇਹ ਇਸ ਤਰ੍ਹਾਂ ਦਾ ਕਾਰਜ ਕਰਕੇ ਰਿਸ਼ਤੇ ਨਾਤਿਆਂ ਦੇ ਵਿੱਚ ਪਿਆਰ ਬਣਿਆ ਰਹਿੰਦਾ ਹੈ। ਸ਼ਾਦੀ ਤੁਮਰੇ ਸਦਨ ਹੈ ਰੂਠੇ ਸੋ ਮਨਾਓ। ਬਾਬਾ ਮਹਾਦੇਵ ਜੀ ਕਹਿੰਦੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ, ਤੁਹਾਡੇ ਘਰ ਦੇ ਵਿੱਚ ਹੁਣ ਨਾ ਵਿਆਹ ਦਾ ਕਾਰਜ ਹੈ, ਇਸ ਕਰਕੇ ਤੁਸੀਂ ਹੁਣ ਰੁੱਸੇ ਹੋਏ ਵੱਡੇ ਭਰਾ ਨੂੰ ਤੁਸੀਂ ਮਨਾਉਣਾ ਕਰੋ। ਭਰਾਤਾ ਕਰੋ ਇਕੱਤਰ ਸਭ ਬੜਤਾ ਜਮ ਪਾਓ। ਤੇ ਸਾਰੇ ਭਰਾ ਇਕੱਠੇ ਹੋ ਜਾਣ, ਭਰਾਵਾਂ ਨੂੰ ਇਕੱਠਿਆ ਕਰੋ, ਤੇ ਸਾਰੇ ਪਾਸੇ ਤੁਹਾਡਾ ਜਸ ਹੋਏ, ਵਡਿਆਈ ਹੋਏਗੀ ਕਿ ਭਰਾਵਾਂ ਨਾਲ ਮੇਲ ਬਣਿਆ ਹੋਇਆ ਹੈ। ਜੇ ਭਰਾ ਇਕੱਠੇ ਹੋਣ, ਲੋਕ ਵੀ ਜਸ ਕਰਦੇ ਨੇ, ਭਰਾਵਾਂ ਵਿੱਚ ਤਰੇੜ ਹੋਵੇ ਤੇ ਫਿਰ ਉੱਥੇ ਵੀ ਕਈ ਤਰੀਕੇ ਨਾਲ ਗੱਲਾਂ ਕੀਤੀਆਂ ਜਾਂਦੇ। ਭਰਾ ਇਕੱਠੇ ਹੋਣ, ਕਿਸੇ ਦੀ ਹਿੰਮਤ ਨਹੀਂ ਪੈਂਦੀ ਉਸ ਘਰ ਵੱਲ ਵੀ ਕੈਰੀ ਅੱਖ ਨਾਲ ਵੇਖਣ। ਭਰਾਵਾਂ ਵਿੱਚ ਹੇਰ ਫੇਰ ਹੋ ਜਾਏ ਤੇ ਜਿਹੜਾ ਮਰਜ਼ੀ ਆ ਕਰਕੇ ਘਰਾਂ ਦਾ ਨੁਕਸਾਨ ਕਰਦਾ। ਹੁਣ ਸਤਿਗੁਰੂ ਵੱਲੋਂ ਕੋਈ ਈਰਖਾ ਨਹੀਂ ਵੱਡੇ ਭਰਾਤਾਂ ਨਾਲ, ਸਤਿਗੁਰੂ ਚਾਹੁੰਦੇ ਨੇ ਉਹ ਮਿਲ ਜਾਣ, ਉਹ ਆਪਣੇ ਭਰਾ ਨੂੰ ਅਜੇ ਵੀ ਪਿਆਰ ਕਰਦੇ ਨੇ, ਉਹ ਈਰਖਾ ਕਰਦਾ ਹੈ। ਗੁਰੂ ਸਾਹਿਬ ਉਹਦਾ ਭਲਾ ਚਿੱਤ ਵਧਿਆ, ਮਨ ਵਿੱਚ ਕਿਸੇ ਪ੍ਰਕਾਰ ਦਾ ਵੈਰ ਨਹੀਂ, ਉਹ ਚਾਹੁੰਦੇ ਨੇ ਭਰਾ ਮਿਲ ਜਾਏ। ਇਸ ਕਰਕੇ ਇਹ ਸਾਰੀ ਤਿਆਰੀ ਵੀ ਕਰ ਰਹੇ ਨੇ ਕਿ ਭਰਾ ਕਿਸੇ ਤਰ੍ਹਾਂ ਮਿਲ ਸਕੇ। ਸ਼ੋਭਾ ਹੈ ਬੋ ਮੇਲ ਕੀ ਬੰਦਪ ਸਮੁਦਾਇਆ। ਬਾਬਾ ਮਹਾਦੇਵ ਜੀ ਸਮਝਾਉਂਦੇ ਨੇ ਕਿ ਇਦਾਂ ਜਦੋਂ ਭੈਣ ਭਰਾ ਇਕੱਠੇ ਹੋਣ, ਮੇਲ ਇਕੱਠਾ ਹੋਵੇ, ਰਿਸ਼ਤੇ ਨਾਤੇ ਇਕੱਠੇ ਹੋਣ,
ਤੇ ਸਾਰੇ ਸਮਾਜ ਦੇ ਵਿੱਚ ਸੰਬੰਧੀਆਂ ਦੇ ਮੇਲ ਵਿੱਚ ਵੀ ਸ਼ੋਭਾ ਹੁੰਦੀ ਹੈ। ਜਾਤ ਵਿਖੈ ਸੋ ਵੱਡਾ ਹੋਏ, ਸਭ ਸੋ ਬਨ ਆਇਆ। ਤੇ ਨਾਲੇ ਪਰਿਵਾਰ ਦੇ ਵਿੱਚ ਸਾਡੇ ਤੋਂ ਉਹ ਵੱਡਾ ਹੈ ਤੇ ਵੱਡੇ ਦਾ ਸਤਿਕਾਰ ਕਰਨਾ ਹੈ, ਤੇ ਉਹਨੂੰ ਫਿਰ ਬੁਲਾਉਣਾ ਬਣਦਾ ਏ, ਉਹਦਾ ਸਤਿਕਾਰ ਵੀ ਕਰਨਾ ਬਣਦਾ ਹੈ। ਮਹਾਦੇਵ ਕੇ ਬਾਕ ਕੋ ਸਤਿਗੁਰ ਨੇ ਮਾਨਾ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਵੱਡੇ ਭਰਾ ਦਾ, ਬਾਬੇ ਮਹਾਦੇਵ ਦਾ ਮਾਣ ਕੀਤਾ। ਪਿਆਰ ਨਾਲ ਸਤ ਬਚਨ ਕਹਿ ਕੇ ਇਹ ਗੱਲ ਕਿਵੇਂ ਹੁਣ ਬਾਬੇ ਪ੍ਰਿਥੀ ਚੰਦ ਨੂੰ ਮਨਾਉਣਾ ਹੈ, ਉਹ ਤਿਆਰੀ ਕਰਦੇ ਹਨ। ਲਿਖੀ ਪਤਰਕਾ ਤਬੇ ਗੁਰ ਵਡਿਆਈ ਮਹਾਨਾ। ਬੜੀ ਨਿਮਰਤਾ ਨਾਲ ਵੱਡੇ ਭਰਾ ਨੂੰ ਸਤਿਕਾਰਯੋਗ ਸ਼ਬਦ ਵਰਤਦਿਆਂ। ਵੇਖੋ ਕਿੱਡੀ ਵੱਡੀ ਗੱਲ ਹੈ, ਕਿੱਡੇ ਨਿਰਵੈਰ ਸਰੂਪ ਨੇ। ਆਪਣੇ ਪੁੱਤਰ ਨੂੰ ਮਾਰਨ ਵਾਸਤੇ ਉਹ ਹਰ ਹੀਲਾ ਵਰਤਦਾ। ਸੁਲਭੀ ਖਾਂ ਵਰਗਿਆਂ ਨੂੰ ਵੀ ਚੜਾ ਕੇ ਲਿਆ ਕੇ ਨੁਕਸਾਨ ਕਰਨਾ ਚਾਹਿਆ ਗੁਰੂ ਸਾਹਿਬ ਦਾ, ਪਰ ਇਹ ਗੁਰੂ ਘਰ ਦਾ ਬਿਰਧ ਹੈ, ਉਹਨੂੰ ਭਰਾ ਦੀ ਥਾਂ ਤੇ ਅਜੇ ਵੀ ਮਾਣਦੇ। ਆਹ ਰਿਸ਼ਤਿਆਂ ਨਾਤਿਆਂ ਦੀ ਕਦਰ ਕਰਨੀ ਸਿਖਾਈ ਸੀ। ਗੁਰੂ ਅਰਜਨ ਸਾਹਿਬ ਵਰਗੇ ਬਣਨਾ ਹੈ, ਬਾਬੇ ਪ੍ਰਿਥੀ ਚੰਦ ਵਰਗੇ ਨਹੀਂ ਬਣ। ਅਸੀਂ ਗੁਰੂ ਅਰਜਨ ਸਾਹਿਬ ਤੋਂ ਸਿੱਖਿਆ ਲੈਣੀ ਹੈ, ਮਨ 'ਚ ਭਰਾਵਾਂ ਦੇ ਪ੍ਰਤੀ, ਰਿਸ਼ਤਿਆਂ ਦੇ ਪ੍ਰਤੀ ਈਰਖਾ ਨਹੀਂ ਰੱਖਣੀ, ਬਲਕਿ ਮਹਾਦੇਵ ਵਰਗੀ ਈਰਖਾ, ਖਿਮਾ ਕਰਨਾ, ਬਾਬੇ ਪ੍ਰਿਥੀ ਚੰਦ ਵਰਗੀ ਈਰਖਾ ਮਨ ਵਿੱਚ ਲੈ ਕੇ ਨਹੀਂ ਆਉਣੀ। ਬਾਬਾ ਮਹਾਦੇਵ ਜੀ ਤੇ ਮਸਤ ਮੌਲੇ ਸੁਭਾਅ ਵਿੱਚ ਰਹਿੰਦੇ ਸਨ, ਬਾਬਾ ਪ੍ਰਿਥੀ ਚੰਦ ਜੀ ਈਰਖਾ ਲੈ ਕੇ ਬੈਠੇ। ਬਾਬੇ ਪ੍ਰਿਥੀ ਚੰਦ ਵਰਗੀ ਈਰਖਾਲੂ ਲੈ ਕੇ ਅਵਸਥਾ 'ਚ ਨਹੀਂ ਰਹਿਣਾ, ਕਿਉਂਕਿ ਅੱਜ ਵੀ ਜਦੋਂ ਅਖੀਰਲੇ ਸਵਾਸਾਂ ਤੱਕ ਈਰਖਾ ਕਰਦੇ ਆ ਤੇ ਗੁਰੂ ਘਰ 'ਚ ਉਹਨਾਂ ਪ੍ਰਤੀ ਮੀਣੇ ਸ਼ਬਦ ਆਇਆ। ਅੱਜ ਵੀ ਮਰਿਆਦਾ ਕਹਿੰਦੀ ਹੈ, ਮੀਣੇ ਮਸੰਦ ਧੀਰ ਮਲੀਏ, ਰਾਮ ਰਾਈਏ, ਕੁੜੀ ਮਾਰ ਨੜੀ ਮਾਰ, ਸਿਰ ਗੁਮਾਦਿਕ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਇਹ ਖਾਸ ਕਰਕੇ ਹੈ। ਅੱਜ ਵੀ ਪੰਥਕ ਸਥਾਨਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਲਿਖ ਕੇ ਲਾਇਆ ਹੈ ਕਿ ਇੱਥੇ ਪਤਤ ਤੇ ਤਨਖਾਹੀਏ ਤੋਂ ਛੁੱਟ ਹਰ ਸਿੱਖ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ, ਪਰ ਪਤਤ ਤੇ ਤਨਖਾਹੀਏ ਦੀ ਅਰਦਾਸ ਨਹੀਂ ਹੋ ਸਕਦੀ। ਇਹ ਮੀਣੇ ਮਸਾਂਦੇ ਬੜੇ ਸ਼ਬਦ ਨੇ, ਕਦੀ ਪੜਨ ਦਾ ਯਤਨ ਕਰੀਏ। ਪਰ ਬਾਬੇ ਪ੍ਰਿਥੀ ਚੰਦ ਦੇ ਮਨ ਵਿੱਚ ਭਾਵੇਂ ਵੈਰ ਹੋਵੇ, ਗੁਰੂ ਨਾਨਕ ਦਾ ਘਰ ਗੁਰੂ ਅਰਜਨ ਸਾਹਿਬ, ਤੇ ਉੱਥੇ ਵੀ ਭਰਾ ਨੂੰ ਪਿਆਰ ਕਰਕੇ ਉਹਦਾ ਭਲਾ ਚਾਹੁੰਦਿਆਂ ਮਿਲਣਾ ਚਾਹੁੰਦੇ ਹਨ। ਤੇ ਬੜੇ ਪਿਆਰ ਨਾਲ ਇੱਕ ਚਿੱਠੀ ਜਿਹੜੀ ਹੈ ਉਹ ਲਿਖ ਕੇ ਉਹਦੇ 'ਚ ਸਨਮਾਨਯੋਗ ਸ਼ਬਦ ਬਾਬੇ ਪ੍ਰਿਥੀ ਚੰਦ ਪ੍ਰਤੀ ਵਰਤਦੇ ਹਨ। ਮਿਹਰਬਾਨ ਨੰਦਨ ਜਥਾ ਹਰ ਗੋਬਿੰਦ ਤੈਸੇ। ਜਿੱਥੇ ਕਹਿੰਦੇ ਭਰਾ ਜੀ ਤੁਸੀਂ ਵੱਡੇ ਹੋ, ਬੜੇ ਮਹਾਨ ਹੋ, ਉੱਥੇ ਕਹਿੰਦੇ ਜਿਵੇਂ ਤੁਹਾਡਾ ਪੁੱਤਰ ਮਿਹਰਬਾਨ ਹੈ, ਇਸੇ ਤਰੀਕੇ ਨਾਲ ਸ਼੍ਰੀ ਹਰਗੋਬਿੰਦ ਵੀ ਤੁਹਾਡਾ ਹੀ ਪੁੱਤਰ ਹੈ। ਜਿਵੇਂ ਮਿਹਰਬਾਨ ਤੁਹਾਡਾ ਪੁੱਤਰ ਹੈ, ਇਹ ਸ਼੍ਰੀ ਹਰਗੋਬਿੰਦ ਵੀ ਤੁਹਾਡੇ ਹੀ ਪੁੱਤਰ ਹਨ। ਵਿਆਹ ਸਮਾਇਨ ਕੋ ਅਬੇ ਭੇਜਿਓ ਲਿਖ ਜੈਸੇ। ਇਹ ਹੁਣ ਵਿਆਹ ਦਾ ਸਮਾਂ ਫਲਾਣੇ ਦਿਨ ਦਾ ਨਿਯਤ ਕੀਤਾ ਹੈ, ਤੇ ਉਸ ਦਿਨ ਤੁਹਾਡੇ ਇੱਥੇ ਪਹੁੰਚਣਾ ਬੜਾ ਜ਼ਰੂਰੀ ਬਣਦਾ ਹੈ। ਉਹ ਸਾਰਾ ਵਿਆਹ ਦੀ ਵਾਰਤਾ ਕਿ ਇਵੇਂ ਬਾਬਾ ਨਾਰਾਇਣ ਦਾਸ ਜੀ ਦੀ ਸੁਪੁੱਤਰੀ ਬੀਬੀ ਦਮੋਦਰੀ ਜੀ ਨਾਲ, ਡੱਲੇ ਪਿੰਡ ਦੇ ਰਹਿਣ ਵਾਲਿਆਂ ਨਾਲ ਇਹ ਵਿਆਹ ਦੇ ਕਾਰਜ ਜਿਹੜੇ ਨਿਯਤ ਹੋਏ ਨੇ, ਤੇ ਇਸ ਕਰਕੇ ਫਲਾਣੇ ਦਿਨ ਬਰਾਤ ਜਾਣੀ ਹੈ ਤੇ ਆਪ ਜੀ ਨੇ ਜ਼ਰੂਰ ਪਹੁੰਚਣਾ। ਇਦਾਂ ਦੀ ਚਿੱਠੀ ਲਿਖ ਕੇ ਭੇਜੀ ਹੈ। ਆਪਨ ਜਾਨ ਆਵੋ ਇਹਾਂ ਤੁਮ ਕਾਜ ਰਚਾਵੋ। ਆਪਣੇ ਭਰਾ ਨੂੰ ਵੇਖੋ ਕਿੱਡੇ ਪਿਆਰ ਨਾਲ ਲਿਖ ਕੇ ਭੇਜਦੇ ਨੇ, ਤੁਹਾਡੇ ਅਸੀਂ ਆਪਣੇ ਆ, ਆਪਣਾ ਜਾਣ ਕੇ, ਆਪਣਾ ਪੁੱਤਰ ਸ਼੍ਰੀ ਹਰਗੋਬਿੰਦ ਨੂੰ ਜਾਣ ਕੇ ਤੁਸੀਂ ਇੱਥੇ ਆਵੋ, ਤੇ ਸਾਰੇ ਕਾਜ ਵਿਆਹ ਦੇ ਜਿਹੜੇ ਜਿਵੇਂ ਕਰਨੇ ਨੇ ਤੁਸੀਂ ਆਪ ਆ ਕੇ ਆਪਣੇ ਹੱਥੀਂ ਕਰਨਾ ਕਰੋ। ਜਿਮ ਆਏ ਸਦੇਹੁ ਕਰੇ ਤਿਮ ਤੇ ਜਿਸ ਤੋ ਜਸ ਪਾਵੈ। ਤੁਸੀਂ ਆ ਕੇ ਜਿਵੇਂ ਜਿਵੇਂ ਆਗਿਆ ਕਰੋਗੇ, ਵੱਡੇ ਹੋ ਨਾ ਪਰਿਵਾਰਕ ਤੌਰ ਤੇ। ਵੇਖੋ ਗੁਰਮਤ ਦੀ ਅਗਵਾਈ ਲੈਣੀ ਹੈ ਜੀਵਨ ਦੀ, ਅਸੀਂ ਗੁਰੂ ਕੋ ਲੈਨੇ ਆ। ਪਰਿਵਾਰਕ ਤੌਰ ਤੇ ਵੇਖੋ ਭਰਾ ਨੂੰ ਮਾਣ ਦੇ ਰਹੇ ਹੈ ਕਿ ਤੁਸੀਂ ਵੱਡੇ ਹੋ, ਜਿਵੇਂ ਹੁਕਮ ਕਰੋਗੇ, ਆਗਿਆ ਕਰੋਗੇ, ਤਿਵੇਂ ਸਾਰੇ ਕਾਰਜ ਹੋਣਗੇ, ਸਾਰੇ ਪਾਸੇ ਇਸ ਘਰ ਦਾ ਜਸ ਹੋਵੇਗਾ। ਕ੍ਰੋਧ ਵਿਰੋਧ ਨਾ ਕੀਜੀਐ ਹਮਕੋ ਲਗ ਜਾਨੋ। ਵੱਡੇ ਭਰਾ ਜੀ ਕੋਈ ਗੁੱਸਾ ਨਾ ਕਰੋ, ਕੋਈ ਕਿਸੇ ਪ੍ਰਕਾਰ ਦਾ ਵਿਤਕਰਾ ਨਾ ਰੱਖੋ, ਮੈਨੂੰ ਆਪਣਾ ਛੋਟਾ ਭਰਾ ਕਰਕੇ ਜਾਣਨਾ ਕਰੋ। ਹਾਂ ਲਾਭ ਤੁਮਕੋ ਹੈ ਜਸ ਅਪਜਸ ਸਾਨੋ। ਕਿੱਡੀ ਨਿਮਰਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਅੰਦਰ। ਤੁਹਾਨੂੰ ਵੱਡੇ ਭਰਾ ਜੀ ਹਾਨ ਲਾਭ ਨਫੇ ਨੁਕਸਾਨ ਦਾ ਪਤਾ ਹੈ, ਤੁਸੀਂ ਚੰਗੇ ਮਾੜੇ ਨੂੰ, ਜਸ ਅਪਜਸ ਸਾਰੇ ਵਿਵਹਾਰ ਨੂੰ ਜਾਣਦੇ ਹੋ। ਹਮ ਲਗ ਤੁਮ ਭਰਾਤਾ ਬੜੇ ਸਗਰੀ ਬਿਦ ਜਾਨੋ। ਮੈਂ ਤੁਹਾਡੇ ਤੋਂ ਛੋਟਾ ਹਾਂ, ਤੁਸੀਂ ਮੇਰੇ ਤੋਂ ਵੱਡੇ ਭਰਾਤ ਹੋ,
ਸਾਰੇ ਘਰ ਦੀਆਂ ਕਿਵੇਂ ਰੀਤਾਂ ਰਸਮਾਂ ਕਰਨੀਆਂ ਤੁਸੀਂ ਸਭ ਜਾਣਦੇ ਹੋ। ਚਤੁਰ ਮਹਾ ਵਿਵਹਾ ਮੈਂ ਸਭ ਤੇ ਨੈ ਪਛਾਨੋ। ਕਹਿੰਦੇ ਤੁਸੀਂ ਨਾਲੇ ਹਰ ਕਾਰ ਵਿਹਾਰ ਦੇ ਵਿੱਚ ਸਭ ਨੂੰ ਪਤਾ ਹੈ, ਤੁਸੀਂ ਉਹਦੇ ਵਿੱਚ ਬੜੇ ਸਿਆਣੇ ਹੋ। ਇਹ ਗੱਲ 'ਚ ਕੋਈ ਸ਼ੱਕ ਨਹੀਂ ਕਿ ਇਹ ਪ੍ਰਬੰਧ ਸੰਭਾਲਣ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਵੇਲੇ ਸਾਰੀਆਂ ਜ਼ਿੰਮੇਵਾਰੀਆਂ ਬਾਬੇ ਪ੍ਰਿਥੀ ਚੰਦ ਨੇ ਬੜੀਆਂ ਯੋਗ ਢੰਗ ਨਾਲ ਸੰਭਾਲੀਆਂ ਸੀ। ਪਰ ਜਦੋਂ ਕੋਈ ਜ਼ਿਆਦਾ ਸਿਆਣਾ ਆਪਣੇ ਆਪ ਨੂੰ ਸਮਝਣ ਲੱਗ ਪਏ ਤੇ ਫਿਰ ਚਤੁਰਾਈ ਨਾ ਚਤੁਰ ਭੁਜ ਪਾਈਏ, ਚਤੁਰਾਈਆਂ ਦੇ ਨਾਲ ਉਹ ਮਾਲਕ ਨਹੀਂ ਮਿਲਦਾ। ਕੋਈ ਇਹ ਸੋਚੇ ਕਿ ਮੈਂ ਬਹੁਤਾ ਨੇੜੇ ਹੋ ਕੇ ਲੈ ਲਾਂਗਾ, ਗੁਰਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਨੇੜੇ ਰਹਿ ਕੇ ਦੁਨਿਆਵੀ ਪ੍ਰਬੰਧ ਤੇ ਸੰਭਾਲਦੇ ਨੇ, ਪਰ ਆਤਮਿਕ ਤੌਰ ਤੇ ਵਿਕਾਰਾਂ ਵਾਲੇ ਭੱਲਿਆਂ ਤੋਂ ਬਾਬਾ ਪ੍ਰਿਥੀ ਚੰਦ ਸੁਚੇਤ ਨਾ ਹੋ ਸਕੇ ਤੇ ਆਤਮਿਕ ਜੀਵਨ ਪੱਖੋਂ ਉਹ ਗੁਰੂ ਤੋਂ ਏਡੇ ਦੂਰ ਹੋ ਗਏ, ਤਨ ਕਰਕੇ ਨੇੜੇ ਹੋ ਗਏ ਤੇ ਮਨ ਕਰਕੇ ਦੂਰ ਹੋ ਗਏ। ਗੁਰੂ ਦੇ ਕੋਲ ਕੇਵਲ ਤਨ ਦੀ ਹਾਜ਼ਰੀ ਨਹੀਂ, ਮਨ ਦੀ ਹਾਜ਼ਰੀ ਵੀ ਲੱਗਦੀ ਹੈ ਕਿ ਜੇ ਮਨ ਗੁਰੂ ਦੇ ਕੋਲ ਰਵੇ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਜਦੋਂ ਮਨ ਗੁਰੂ ਕੇ ਹਾਜ਼ਰ ਨਾਜ਼ਰ ਰਹੇ, ਯਤਨ ਕਰਿਆ ਕਰੀਏ ਕਿ ਮਨ ਦੀ ਹਾਜ਼ਰੀ ਲੱਗੇ। ਤਨ ਕਰਕੇ ਤੇ ਪਹੁੰਚ ਹੀ ਰਹੇ ਹਾਂ, ਇਹਦੇ ਨਾਲ ਨਾਲ ਅਰਦਾਸ ਕਰੀਏ ਸਤਿਗੁਰੂ ਸਾਡਾ ਮਨ ਵੀ ਤੇਰੇ ਚਰਨਾਂ ਵਿੱਚ ਜੁੜ ਜਾਏ, ਐਸੀ ਬਖਸ਼ਿਸ਼ ਕਰ। ਬਾਬਾ ਪ੍ਰਿਥੀ ਚੰਦ ਕਾਰ ਵਿਹਾਰ ਦੁਨਿਆਵੀ ਤੌਰ ਤੇ ਬੜੇ ਕੁਸ਼ਲ ਪ੍ਰਬੰਧਕ ਸਨ। ਇਹੀ ਗੱਲ ਸਤਿਗੁਰੂ ਗੁਰੂ ਅਰਜਨ ਸਾਹਿਬ ਚਿੱਠੀ ਵਿੱਚ ਲਿਖ ਕੇ ਬਿਆਨ ਕਰਦੇ ਹਨ। ਇਤਿਆਦਿਕ ਲਿਖ ਸਿੱਖ ਪਟਿਓ ਜੰਗਲ ਦਿਸ ਜਾਹੀ। ਇਸ ਤਰੀਕੇ ਨਾਲ ਸਾਰੀ ਗੱਲਬਾਤ ਲਿਖ ਕੇ ਬੜੇ ਸੁਚੱਜੇ ਢੰਗ ਨਾਲ ਭਰਾ ਨੂੰ ਬੇਨਤੀ ਕੀਤੀ ਹੈ, ਕਾਰਜ ਤੁਸਾਂ ਕਰਨੇ ਹੈ, ਤੁਹਾਡਾ ਹੀ ਪੁੱਤਰ ਹੈ ਸ਼੍ਰੀ ਹਰਗੋਬਿੰਦ। ਤੇ ਇਸ ਤਰ੍ਹਾਂ ਚਿੱਠੀ ਲਿਖ ਕੇ ਇੱਕ ਸਿੱਖ ਸਿਆਣੇ ਨੂੰ ਕੋਲ ਬੁਲਾ ਕਰਕੇ ਜੰਗਲ ਦੇਸ਼ ਮਾਲਵੇ ਦੇ ਇਲਾਕੇ ਵਿੱਚ ਉਹਨਾਂ ਸਮੇਂ 'ਚ ਬਾਬੇ ਪ੍ਰਿਥੀ ਚੰਦ ਜੀ ਰਹਿ ਰਹੇ ਸੀ, ਉਹਨਾਂ ਵੱਲ ਇਹ ਚਿੱਠੀ ਲਿਖ ਕੇ ਭੇਜੀ ਹੈ। ਗ੍ਰਾਮ ਨਾਮ ਕੋਠਾ ਇਹ ਬਸੈ ਤਿਸ ਮਾਹੀ। ਉਸ ਗ੍ਰਾਮ ਦਾ ਨਾਮ ਕੋਠਾ ਕਰਕੇ ਦੱਸਿਆ ਹੈ, ਜਿਸ ਪਿੰਡ ਦੇ ਵਿੱਚ ਬਾਬਾ ਪ੍ਰਿਥੀ ਚੰਦ ਜੀ ਰਹਿ ਰਹੇ ਸਨ ਜੰਗਲ ਦੇਸ਼ ਵਿੱਚ। ਕਾਵਰ ਭਰ ਪਕਵਾਨ ਕੀ ਸੰਕਰੇ ਕਹਾਰਾ। ਉਸ ਵਕਤ ਕੁਝ ਕਾਂਵਰ ਬੁਲਾਏ ਨੇ, ਝੀਵਰ ਬੁਲਾਏ ਨੇ, ਜਿਹੜੇ ਸਮਾਨ ਚੁੱਕ ਕੇ ਲੈ ਕੇ ਜਾਣ ਵਾਲੇ ਸਨ, ਜਿਨ੍ਹਾਂ ਵਹਿੰਗੀ ਤੇ ਸਮਾਨ ਪਾ ਕੇ ਚੁੱਕ ਕਰਕੇ ਲੈ ਕੇ ਜਾਣਾ ਸੀ। ਕਹਿੰਦੇ ਫਿਰ ਉਹਨਾਂ ਨੂੰ ਵੀ ਬੁਲਾਇਆ ਗਿਆ ਕਿ ਮਿਠਾਈ ਆਦਿਕ ਭਰਾ ਨੂੰ ਜਿੱਥੇ ਖੁਸ਼ਖਬਰੀ ਦੇਣੀ ਹੈ ਮਿੱਠਾ ਵੀ ਭੇਜਿਆ ਜਾਵੇ। ਇਸ ਤਰੀਕੇ ਦੇ ਨਾਲ ਉਹ ਕਹਾਰ ਆਦਿਕ ਬੁਲਾਏ ਜਾਂਦੇ ਹਨ। ਗਮਨੇ ਲੈ ਕਰ ਪੰਥ ਕੋ ਗੇ ਸਲਤਾ ਪਾਰਾ। ਕਹਿੰਦੇ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਦੀ ਧਰਤੀ ਤੋਂ ਹੁਣ ਵਹਿੰਗੀ ਚੁੱਕ ਕੇ ਭਾਵ ਉਹ ਕਹਾਰ ਜਿਹੜੇ ਸੀ ਉਹ ਮਠਿਆਈ ਪਕਵਾਨ ਆਦਿਕ ਬੜੇ ਸੁੰਦਰ ਢੰਗ ਨਾਲ ਚੁੱਕ ਕੇ ਤੇ ਅੰਮ੍ਰਿਤਸਰ ਦੀ ਧਰਤੀ ਤੋਂ ਚੱਲ ਕੇ ਹੌਲੀ ਹੌਲੀ ਵੱਖ-ਵੱਖ ਦਰਿਆ ਪਾਰ ਕਰਦੇ ਹਨ। ਉਲੰਘ ਵਿਪਾਸਾ ਸਤਦਰਵਾ ਕੋਠੇ ਕਹੋ ਆਏ। ਪਹਿਲਾਂ ਬਿਆਸਾ ਦਰਿਆ ਪਾਰ ਕੀਤਾ, ਫਿਰ ਸਤਲੁਜ ਦਰਿਆ ਪਾਰ ਕੀਤਾ, ਫਿਰ ਮਾਲਵੇ ਵਿੱਚ ਪਹੁੰਚ ਕਰਕੇ ਜੰਗਲ ਦੇਸ਼ ਵਿੱਚ ਕੋਠੇ ਨਗਰ ਦੇ ਵਿੱਚ ਉਹ ਪਹੁੰਚ ਗਏ ਹਨ। ਜੈ ਪ੍ਰਿਥੀਆ ਬੈਠਿਓ ਸੁਨਿਓ ਤਿਸ ਨਿਕਟ ਸਿਧਾਏ। ਪਤਾ ਲੱਗਾ ਬਾਬਾ ਪ੍ਰਿਥੀ ਚੰਦ ਜੀ ਪਿੰਡ ਵਿੱਚ ਫਲਾਣੇ ਘਰ ਦੇ ਵਿੱਚ ਫਲਾਣੀ ਥਾਂ ਤੇ ਬੈਠੇ ਹਨ ਤੇ ਉਸ ਥਾਂ ਤੇ ਪੁੱਛਦੇ ਪਛਾਉਂਦੇ ਇਹ ਜਿਹੜੇ ਮੇਵੜੇ ਸਤਿਗੁਰਾਂ ਨੇ ਭੇਜੇ ਸੀ ਚਿੱਠੀ ਲੈ ਕੇ, ਕਹਾਰ ਭੇਜੇ ਸੀ ਜਿਹੜੇ ਵਹਿੰਗੀ ਚੁੱਕ ਕੇ ਸਾਰਾ ਸਮਾਨ ਮਿਠਾਈ ਆਦਿਕ ਲੈ ਕੇ ਗਏ ਸੀ, ਪਕਵਾਨ ਲੈ ਕੇ, ਉਸ ਥਾਂ ਤੇ ਬਾਬੇ ਪ੍ਰਿਥੀ ਚੰਦ ਕੋਲ ਪਹੁੰਚ ਜਾਂਦੇ ਹਨ। ਅਗਰ ਮਠਾਈ ਕੋ ਧਰਿਓ ਪਾਤੀ ਕਰ ਦੀਨੀ। ਜਿੱਥੇ ਉਹਨਾਂ ਦੇ ਕੋਲ ਪਹੁੰਚ ਕੇ ਉਹ ਕਹਾਰਾਂ ਵੱਲੋਂ ਚੁੱਕੀ ਮਠਾਈ ਉਹ ਵਹਿੰਗੀ ਉੱਥੇ ਰੱਖ ਕੇ ਮਿਠਾਈ ਉਹਨਾਂ ਦੇ ਕੋਲ ਰੱਖੀ ਤੇ ਨਾਲੇ ਧੰਨ ਗੁਰੂ ਅਰਜਨ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਸੀ ਨਾ, ਬੇਨਤੀ ਪੱਤਰ ਬੁਲਾਉਣ ਵਾਸਤੇ ਭੇਜਿਆ ਸੀ, ਉਹ ਚਿੱਠੀ ਵੀ ਉਹਨਾਂ ਦੇ ਅੱਗੇ ਸਤਿਕਾਰ ਨਾਲ ਰੱਖ ਦਿੱਤੀ ਹੈ। ਗੁਰ ਦੇਸ਼ ਤੇ ਬੰਧਨ ਕਰੀ ਬਹੁ ਧਰੀ ਅਧੀਨੀ। ਸਤਿਗੁਰਾਂ ਵੱਲੋਂ ਹੋ ਕੇ ਨਮਸਕਾਰ ਕੀਤੀ, ਵੱਡੇ ਭਰਾ ਜਾਣ ਕੇ ਕਿ ਗੁਰੂ ਜੀ ਨੇ ਨਮਸਕਾਰ ਕੀਤੀ ਹੈ ਤੇ ਬੜੀ ਅਧੀਨਗੀ ਦੇ ਨਾਲ ਗੁਰੂ ਸਾਹਿਬ ਵਾਲਾ ਪੱਖ ਜਿਹੜਾ ਸੀ ਦੱਸਿਆ ਹੈ। ਪਾਤੀ ਖੋਲੀ ਪਠੀ ਜਬ ਦੁਖ ਹਿਰਦਾ ਪਰੋਇਓ। ਪਰ ਇੱਧਰ ਬਾਬਾ ਪ੍ਰਿਥੀ ਚੰਦ ਜਿੱਦਾਂ ਹੀ ਉਹ ਚਿੱਠੀ ਨੂੰ ਖੋਲ ਕੇ ਵੇਖਦਾ ਹੈ, ਚਿੱਠੀ ਖੋਲ ਕੇ ਖੁਸ਼ ਹੋਣ ਦੀ ਥਾਂ ਉਹ ਤੇ ਹੋਰ ਦੁਖੀ ਹੋ ਗਿਆ। ਪਹਿਲਾਂ ਹੀ ਦੁੱਖਾਂ ਦਾ ਭਰਿਆ, ਅੰਦਰ ਦੁੱਖ, ਦੂਜਿਆਂ ਨੂੰ ਦੁੱਖ ਕਰ। ਜਿਹਦੇ ਆਪਣੇ ਅੰਦਰ ਦੁੱਖ ਹੋਵੇ ਉਹ ਦੁੱਖ ਵੰਡੇਗਾ, ਜਿਹਦੇ ਆਪਣੇ ਅੰਦਰ ਸੁੱਖ ਹੈ ਉਹ ਦੂਜੇ ਨੂੰ ਸੁੱਖ ਵੰਡਦਾ, ਜਿਹੜਾ ਅੰਦਰੋਂ ਦੁਖੀ ਉਹ ਦੂਜੇ ਨੂੰ ਵੀ ਦੁੱਖ ਹੀ ਵੰਡਦਾ। ਜੋ ਕੁਝ ਕੋਲ ਹੋਵੇ ਬੰਦਾ ਉਹੀ ਕਿਸੇ ਨੂੰ ਦੇ ਸਕਦਾ। ਉਹ ਇਹੋ ਜਿਹੀ ਅਵਸਥਾ ਵਿੱਚ ਜਿਹੜਾ ਦੂਜਿਆਂ ਨੂੰ ਵੀ ਦੁੱਖ ਦੇਣ ਵਾਲਾ,
ਇਹ ਚਿੱਠੀ ਪੜ੍ਹ ਕੇ ਖੁਸ਼ ਹੋਣ ਦੀ ਥਾਂ ਬੜਾ ਹਿਰਦੇ ਕਰਕੇ ਬਾਬਾ ਪ੍ਰਿਥੀ ਚੰਦ ਦੁਖੀ ਹੁੰਦਾ ਹੈ। ਚਿਤਵਤ ਸਭ ਬਿਦ ਭਇਓ ਬੜ ਸੁਤ ਬਿਆਸ ਸੰਜੋਇਓ। ਤੇ ਮਾਨੀ ਮਨ ਵਿੱਚ ਈਰਖਾ ਦਾ ਭਰਿਆ ਸੋਚਣ ਲੱਗ ਪਿਆ, ਹੈ ਇਸ ਪੁੱਤਰ ਤੇ ਮੇਰੇ ਪੁੱਤਰ ਨਾਲੋਂ ਵੀ ਛੋਟਾ ਸੀ, ਇਹ ਵੱਡਾ ਕਿਵੇਂ ਹੋ ਗਿਆ? ਮੇਰੇ ਪੁੱਤਰ ਨਾਲੋਂ ਵੱਡਾ ਵੀ ਹੋ ਗਿਆ, ਏਡੀ ਛੇਤੀ ਵੱਡਾ ਹੋ ਗਿਆ ਕਿ ਵਿਆਹ ਵਾਲਾ ਸਮਾਂ ਵੀ ਉਹਦਾ ਆ ਗਿਆ, ਏਡਾ ਵੱਡਾ ਹੋ ਗਿਆ ਹੈ। ਹੁਣ ਖੁਸ਼ ਹੋਣ ਦੀ ਥਾਂ ਉਹ ਮਨ ਵਿੱਚ ਇਸ ਗੱਲ ਤੇ ਈਰਖਾ ਕਰਦਾ, ਮੇਰੇ ਪੁੱਤ ਨਾਲੋਂ ਪਹਿਲਾਂ ਕਿਵੇਂ, ਮੇਰੇ ਪੁੱਤ ਨਾਲੋਂ ਵੱਡਾ ਕਿਵੇਂ ਹੋ ਗਿਆ, ਉਹਦਾ ਵਿਆਹ ਦਾ ਕੰਮ ਕਿਵੇਂ ਹੋ ਸਕਦਾ ਹੈ। ਵਦਤ ਗਇਓ ਦਿਨ ਪ੍ਰਤ ਅਦਕ ਨ ਚਲਿਓ ਜ ਉਪਾਓ। ਮਾਨੀ ਮਨ ਸੋਚਦਾ ਹੈ, ਇਹ ਦਿਨ ਦਿਨ ਕਰਕੇ, ਦਿਨ ਰਾਤ ਕਰਕੇ ਤੇ ਵੱਡਾ ਹੀ ਹੁੰਦਾ ਰਿਹਾ, ਮੇਰਾ ਕੋਈ ਲਾ ਵਸੀਲਾ ਨਾ ਚੱਲ ਸਕਿਆ ਇਹਨੂੰ ਕਿਸੇ ਤਰ੍ਹਾਂ ਨੁਕਸਾਨ ਕਰਨ ਦਾ। ਕਿਮ ਗਹਾਏ ਮਰਵਾਏ ਹੂੰ ਕਹਿ ਘਾਤ ਨ ਪਾਊ। ਮੈਂ ਤੇ ਬੜੇ ਯਤਨ ਕੀਤੇ, ਬਾਬਾ ਪ੍ਰਿਥੀ ਚੰਦ ਸੋਚਦਾ ਇਹਨੂੰ ਕਿਸੇ ਤਰ੍ਹਾਂ ਮਾਰ ਦਿਆਂ, ਖਤਮ ਕਰ ਦਿਆਂ, ਪਰ ਸਾਰੇ ਯਤਨ ਵਰਤ ਕੇ ਵੀ ਇਹ ਖਤਮ ਨਾ ਹੋਇਆ, ਇਹਦਾ ਮੈਂ ਨੁਕਸਾਨ ਨਾ ਕਰ ਸਕਿਆ, ਮਾਰ ਨਾ ਸਕਿਆ, ਤੇ ਇਹ ਤੇ ਦਿਨ ਰਾਤ ਕਰਕੇ ਤੇ ਬੜੀ ਛੇਤੀ ਵੱਡਾ ਹੋ ਗਿਆ ਹੈ। ਮਨ ਮੈਂ ਸੰਕਟ ਲਹਿਓ ਪਠ ਕੈ ਪੁਨ ਪਾਤੀ। ਵੇਖੋ ਮਨ ਦੀ ਈਰਖਾ ਹੈ, ਜਿਸ ਮੋਹ ਦੇ ਬੰਧਨ ਚੋਂ ਸਤਿਗੁਰਾਂ ਨੇ ਕੱਢਿਆ ਹੈ। ਮੋਹ ਕੇਵਲ ਆਪਣੇ ਪੁੱਤਰ ਦੀ ਖੁਸ਼ੀ ਵੇਖਦਾ ਹੈ, ਗਵਾਂਢੀ ਦਾ ਭਰਾ ਦਾ ਪੁੱਤ ਚੰਗੇ ਨੰਬਰ ਲੈ ਕੇ ਪਾਸ ਹੋ ਜੇ, ਉਹਦੇ ਘਰ ਦੀ ਖੁਸ਼ੀ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ। ਦਾਤੇ ਨੇ ਕਿਹਾ, ਇਸ ਮੋਹ ਨੂੰ ਪ੍ਰੇਮ ਵਿੱਚ ਬਦਲ, ਜਿਹੜੀ ਖੁਸ਼ੀ ਤੈਨੂੰ ਆਪਣੇ ਪੁੱਤਰ ਦੇ ਖੁਸ਼ੀ, ਉਹਦੇ ਚੰਗੇ ਨੰਬਰ ਲੈਣ ਤੇ, ਉਹਦੇ ਵਿਆਹ ਦੇ ਕਾਰਜ ਤੇ ਜਿਵੇਂ ਦੀ ਖੁਸ਼ੀ ਤੈਨੂੰ ਉਹ ਹੋ ਰਹੀ ਹੈ, ਭਰਾਵਾਂ ਰਿਸ਼ਤੇਦਾਰਾਂ ਤੇ ਸਮਾਜ ਦੇ ਹਰ ਘਰ ਦੀ ਉਸ ਖੁਸ਼ੀ ਨੂੰ ਵੇਖ ਕੇ ਤੇਰਾ ਮਨ ਉਦਾਂ ਦਾ ਖੁਸ਼ ਹੋ ਜੇ। ਇਹ ਦਾਇਰਾ ਆਪਣਾ ਵੱਡਾ ਕਰ, ਇਦਾਂ ਦਾ ਸਾਡਾ ਜੀਵਨ ਦਾ ਪ੍ਰਵਾਹ ਹੋਵੇ ਕਿ ਜੋ ਮੇਰੀ ਖੁਸ਼ੀ, ਮੇਰੇ ਪੁੱਤਰ ਦੇ ਅਗਰ ਵਿਆਹ ਦਾ ਕਾਰਜ ਤੇ ਜਿਹੋ ਜੀ ਮੈਨੂੰ ਖੁਸ਼ੀ ਚਾਹੀਦੀ ਸੀ, ਇਹੋ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਹੁਣ ਸ਼੍ਰੀ ਹਰਗੋਬਿੰਦ ਜੀ ਸਪੁੱਤਰ ਨੇ ਵਿਆਹ ਤੇ ਖੁਸ਼ ਹੋਣਾ ਚਾਹੀਦਾ ਸੀ, ਪਰ ਉਹ ਈਰਖਾ ਦਾ ਭਰਿਆ ਮਨ ਹੀ ਮਨ ਵਿੱਚ ਬੜਾ ਕ੍ਰੋਧਿਤ ਹੁੰਦਾ ਹੈ। ਉਤਵ ਸੁਣ ਕੇ ਅੰਜ ਕੋ ਜਨ ਫਾਟਤ ਛਾਤੀ। ਕਹਿੰਦੇ ਇਹ ਤੇ ਖੁਸ਼ੀ ਦੀ ਗੱਲ ਸੁਣ ਕਰਕੇ ਮਨ ਉਹਦੀ ਛਾਤੀ ਫਟ ਗਈ। ਇਹ ਉਤਸਵ ਦੀ ਗੱਲ, ਖੁਸ਼ੀ ਦੀ ਗੱਲ ਸੁਣ ਕੇ ਮਨ ਈਰਖਾ ਦੇ ਵਿੱਚ ਭਰਿਆ ਹੋਇਆ, ਮਾਨੋ ਸੀਨਾ ਪਾਟ ਗਿਆ ਉਸ ਦਾ। ਮੁਖ ਤੇ ਕਹਿ ਸਿਖ ਸਾਥ ਤਬ ਕੋ ਹਮਰੋ ਭਾਈ। ਤੇ ਬੜੇ ਗੁੱਸੇ ਵਿੱਚ ਕਹਿੰਦਾ, ਕਿਹਦੀ ਗੱਲ ਕਰਦੇ ਹੋ, ਕਿਹਦੀ ਚਿੱਠੀ ਲੈ ਕੇ ਆਇਓ, ਕੌਣ? ਮੇਰਾ ਭਰਾ? ਮੇਰਾ ਕੋਈ ਭਰਾ ਨਹੀਂ ਹੈ। ਦੁਸ਼ਮਨ ਜਾਣਤ ਹਉ ਮਹਾ ਤੇ ਸਾਂਝ ਨਾ ਕਾਈ। ਉਹ ਤਾਂ ਮੇਰਾ ਦੁਸ਼ਮਣ ਹੈ, ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈ, ਮੇਰੀ ਉਹਦੇ ਨਾਲ ਕੋਈ ਸਾਂਝ ਨਹੀਂ ਹੈ। ਇਸ ਤਰ੍ਹਾਂ ਦੇ ਬੋਲ ਬਾਬਾ ਪ੍ਰਿਥੀ ਚੰਦ ਬੋਲਦੇ ਹਨ। ਘਰ ਦਰ ਮੇਰੋ ਲੂਟ ਕੈ ਪੁਰਵੈਰ ਨਿਕਾਸਾ। ਸਤਿਗੁਰੂ ਪਾਤਸ਼ਾਹ ਤੇ ਖੁਦ ਉਹਦੇ ਵਾਸਤੇ ਘਰ ਛੱਡ ਕੇ, ਅੰਮ੍ਰਿਤਸਰ ਛੱਡ ਕੇ ਗੁਰੂ ਕੀ ਵਡਾਲੀ ਚਲੇ ਗਏ, ਪਰ ਉਹਦੀਆਂ ਕਰਤੂਤਾਂ ਜਦੋਂ ਮਾੜੇ ਕਰਮ ਪ੍ਰਗਟ ਹੋਏ ਤੇ ਸੰਗਤ ਵੱਲੋਂ ਹੁਣ ਮਾਣ ਸਨਮਾਨ ਕੋਈ ਮੂੰਹ ਨਹੀਂ ਲਾਉਂਦਾ, ਆਖਰਕਾਰ ਛੱਡ ਕੇ ਅੰਮ੍ਰਿਤਸਰ ਜਾਣਾ ਪਿਆ। ਪਰ ਹੁਣ ਗੁੱਸੇ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਮੇਰਾ ਘਰਦਾਰ, ਮੇਰੇ ਛੋਟੇ ਭਰਾ ਨੇ ਸਾਰਾ ਲੁੱਟ ਲਿਆ ਏ ਤੇ ਮੈਨੂੰ ਪਿੰਡ ਨਗਰ ਚੋਂ ਬਾਹਰ ਕੱਢ ਦਿੱਤਾ ਹੈ। ਤੁਮ ਤਲਾਏ ਤੂਫਾਨ ਕੀ ਸਭ ਖੈ ਪ੍ਰਕਾਸ਼ਾ। ਬੜੀਆਂ ਵੱਡੀਆਂ ਮੇਰੇ ਤੇ ਤੋਹਮਤਾਂ ਲਾਈਆਂ ਨੇ, ਇਸ ਤਰੀਕੇ ਨਾਲ ਮੈਨੂੰ ਕੋਈ ਗੱਲ ਭੁੱਲੀ ਨਹੀਂ ਹੈ। ਮਹਾ ਕਠੋਰ ਨਿਲਾਜ ਹੈ ਘਟ ਕਪਟ ਵਿਸਾਲਾ। ਉਹ ਬੜਾ ਕਠੋਰ ਹੈ, ਨਿਲੱਜ ਹੈ, ਮਨ ਵਿੱਚ ਖੋਟ ਹੈ, ਬਹੁਤ ਇਸ ਤਰ੍ਹਾਂ ਦੇ ਭੈੜੇ ਬੋਲ ਬਾਬਾ ਪ੍ਰਿਥੀ ਚੰਦ ਬੋਲਦੇ ਹਨ। ਮੁਖ ਤੇ ਮੀਠਾ ਉਜਲਾ ਅੰਤਰ ਤੇ ਕਾਲਾ। ਸੱਚ ਇਹ ਹੋਇਆ ਕਰਦਾ ਹੈ ਕਿ ਰੋਗੀ ਕਹਿ ਭਾਣੇ ਸਭ ਰੋਗੀ। ਜਿਵੇਂ ਰੋਗੀ ਬੰਦੇ ਨੂੰ ਸਾਰੇ ਰੋਗੀ, ਚੋਰ ਨੂੰ ਸਾਰੇ ਚੋਰ ਨਜ਼ਰ ਆਉਂਦਾ। ਜਿਹੜਾ ਬੰਦਾ ਆਪ ਹੋਵੇ ਨਾ, ਉਹਨੂੰ ਦੂਜੇ ਉਹੋ ਜਿਹੇ ਨਜ਼ਰ ਆਉਂਦੇ। ਉਹ ਆਪਣੀ ਅਵਸਥਾ ਜਿਹੋ ਜਿਹਾ ਸੀ ਬਾਬਾ ਪ੍ਰਿਥੀ ਚੰਦ, ਉਦਾਂ ਦਾ ਗੁਰੂ ਅਰਜਨ ਸਾਹਿਬ ਨੂੰ ਸਮਝ ਕੇ ਉਹ ਗੱਲਾਂ ਦੱਸੀ ਜਾ ਰਿਹਾ। ਉਹ ਇਸ ਤਰ੍ਹਾਂ ਦਾ ਹੈ, ਮੁੱਖੋਂ ਬੜਾ ਮਿੱਠਾ ਹੈ, ਉਜਲਾ ਹੈ, ਪਰ ਅੰਤਰੋਂ ਮਨ ਕਰਕੇ ਬੜਾ ਕਾਲਾ ਹੈ। ਇਸ ਤਰ੍ਹਾਂ ਕਰਕੇ ਭਾਈ ਪਿਤਾ ਕੀ ਵਸਤ ਕੋ ਬੜ ਮਾਲਕ ਹੋਵਾ। ਗੱਲਾਂ ਕਰਦਿਆਂ ਕਹਿੰਦਾ ਹੈ ਕਿ ਪਿਤਾ ਦੀ ਵਸਤੂ ਜਿਹੜੀ ਇਹ ਦਾਤ ਲੈ ਕੇ ਗੁਰਗੱਦੀ, ਉਹ ਵੱਡਾ ਹੋ ਗਿਆ ਹੈ। ਇਸ ਕੋ ਫਲ ਪਾਇਓ ਨਹੀਂ ਸੰਕਟ ਨ ਜੋਵਾ। ਇਹ ਗੁਰਗੱਦੀ ਦਾ ਫਲ ਹੀ ਹੈ ਕਿ ਉਹਦੇ ਘਰ 'ਚ ਖੁਸ਼ੀਆਂ ਨੇ, ਨਹੀਂ ਤਾਂ ਬੜਾ ਉਹ ਪਰੇਸ਼ਾਨ ਹੁੰਦਾ, ਦੁਖੀ। ਜਿਵੇਂ ਬਾਬਾ ਪ੍ਰਿਥੀ ਚੰਦ ਜੀ ਇਹ ਗੱਲਾਂ ਕਰਦੇ ਹੈ, ਫਿਰ ਉਸ ਤਰੀਕੇ ਦੇ ਕਠੋਰ ਬੋਲ ਲਿਖ ਕੇ ਵਿਆਹ ਤੇ ਆਉਣ ਤੋਂ ਕਿਵੇਂ ਇਨਕਾਰ ਕਰਦੇ ਆ, ਮਾੜੇ ਬੋਲ ਬੋਲਦੇ ਆ। ਨਾਲ ਦੂਸਰੇ ਪਾਸੇ ਇੱਧਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ, ਸਤਿਗੁਰੂ ਗੁਰੂ ਅਰਜਨ ਸਾਹਿਬ ਕੋ ਆ ਕੇ ਸਿੱਖ ਸਾਰੀ ਗੱਲ ਦੱਸਦੇ ਨੇ, ਤੇ ਨਾਲ ਸਤਿਗੁਰੂ ਜੀ ਫਿਰ ਵਿਆਹ ਦੀਆਂ ਤਿਆਰੀਆਂ ਕਿਵੇਂ ਆਰੰਭ ਕਰਦੇ ਨੇ, ਕਿਵੇਂ ਕਿਵੇਂ ਕਿੱਥੋਂ ਕਿੱਥੋਂ ਰਿਸ਼ਤੇਦਾਰ ਸੰਗਤਾਂ ਨੂੰ, ਕਿਹੜਿਆਂ ਕਿਹੜਿਆਂ ਨੂੰ ਬੁਲਾਉਂਦੇ ਆ, ਕੌਣ ਕੌਣ ਪਰਿਵਾਰ ਆਉਂਦੇ ਨੇ।
ਰਿਸ਼ਤੇ ਨਾਤੇ ਇਕੱਠੇ ਹੁੰਦੇ ਨੇ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਕੌਣ ਕੌਣ ਆਇਆ, ਖਡੂਰ ਸਾਹਿਬ ਦੀ ਧਰਤੀ ਤੋਂ ਕੌਣ ਕੌਣ ਆਇਆ, ਹੋਰ ਵੱਖ-ਵੱਖ ਪਰਿਵਾਰ ਕਿਹੜੇ-ਕਿਹੜੇ ਆਏ, ਇਹ ਸਾਰਿਆਂ ਦਾ ਜ਼ਿਕਰ ਕੱਲ ਦੇ ਇਤਿਹਾਸ ਵਿੱਚ ਆਪਾਂ ਸਾਰਿਆਂ ਰਲ ਕੇ ਕਰਨਾ ਹੈ। ਇੱਥੇ ਸਮਾਪਤੀ ਹੈ। ਗੁਰੂ ਕੇ ਇਤਿਹਾਸ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਕੀ ਸੰਗਤ ਬਖਸ਼ਿੰਦ ਨੇ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਭੁੱਲਾਂ ਦੀ ਮੁਆਫੀ ਬਖਸ਼ਣੀ। ਅਖੀਰਲੀਆਂ ਪੰਕਤੀਆਂ ਫੜ ਕੇ ਫਤਿਹ ਨਾਲ ਸਾਂਝ ਪਾਈਏ ਜੀ। ਪਾਏ ਪਿਤਾ ਕੀ ਵਸਤ ਕੋ ਬੜ ਮਾਲਕ ਹੋਵਾ, ਹੋਵਾ, ਤਿਸ ਕੋ ਫਲ ਪਾਇਓ ਨਹੀਂ, ਸੰਕਟ ਨਹਿ ਜੋਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।